ਚਾਲ ਪ੍ਰੋਗਰਾਮ ਪੱਖ ਦੇ ਮਸਲੇ ਹਰ ਵੀਰਵਾਰ ਦੀ ਤਰ੍ਹਾਂ 7 ਤੋਂ 8 ਔਰ ਪਹਿਲਾਂ ਦੀ ਤਰ੍ਹਾਂ ਮੇਰੇ ਨਾਲ ਨੇ ਕੁਲਵੰਤ ਜੀ। ਜੈ ਗੁਰਦੇਵ, ਜੈ ਭੀਮ ਜੀ। ਜੈ ਗੁਰਦੇਵ, ਜੈ ਭੀਮ ਜੀ। ਦੇਖ ਰਹੇ ਸਾਰੇ ਸਰੋਤਿਆਂ ਤੇ ਮੈਨੇਜਮੈਂਟ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਜੈ ਭੀਮ, ਜੈ ਭਾਰਤ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਲੱਗਦੇ ਹੱਥ ਭਗਵਾਨ ਜੀ ਤੁਹਾਨੂੰ। हाँ जी, मेरे वालों भी आप सारे मेरे वीरां नूं भैणां नूं जय गुरदेव, जय भीम, जय इंसान। ਪਿਆਰ ਦਰਸ਼ਕੋ, ਹਰ ਵੀਰਵਾਰ ਦੀ ਤਰ੍ਹਾਂ ਮੈਂ ਤਕਰੀਬਨ ਵਿੱਚ ਜੇ ਅਨਾਉਂਸ ਕਰ ਦਿੰਦਾ ਹੁੰਦਾ ਕਿ ਕਾਲਾਂ ਜਦੋਂ ਵੀ ਤੁਹਾਡੀਆਂ ਆਉਣ ਤੇ ਇੱਕ ਗੱਲ ਦਾ ਖਿਆਲ ਰੱਖਿਓ ਕਿ ਜਦੋਂ ਸਾਡੇ ਮਹਿਮਾਨ ਬੋਲਦੇ ਆ ਉਹਨਾਂ ਦੀ ਗੱਲ ਸੁਣ ਕੇ ਅਸੀਂ ਕਾਲ ਜਿਹੜੀ ਤੁਹਾਨੂੰ ਹੋਲਡ ਕਰ ਲੈਣਾ ਤੇ ਅਸੀਂ ਤੁਹਾਨੂੰ ਜਿਹੜਾ ਇਹ ਕਾਲ ਲਵਾਂਗੇ ਜ਼ਰੂਰ। ਲੇਕਿਨ ਬਹੁਤ ਸਾਰੇ ਪ੍ਰੋਗਰਾਮ ਵਰਲਡ ਵਾਈਡ ਇੱਦਾਂ ਹੋ ਗਏ ਆ ਕਿ ਕਾਲ ਆ ਜਾਂਦੀ ਹੈ ਤੇ ਜੋ ਮਹਿਮਾਨ ਗੱਲ ਕਹਿ ਰਿਹਾ ਹੁੰਦਾ ਉਹ ਕੱਟ ਲਈ ਜਾਂਦੀ ਆ। ਲੇਕਿਨ ਜਿੱਥੇ ਕੱਟਣ ਦੀ ਸਾਨੂੰ ਲੱਗਦਾ ਹੋਵੇ ਵੀ ਦੁਹਰਾ ਆ ਉੱਥੇ ਕੱਟ ਵੀ ਸਕਦੇ ਹਾਂ। ਲੇਕਿਨ ਜਦੋਂ ਵੀ ਤੁਹਾਡੀ ਕਾਲ ਆਈ ਤੁਸੀਂ ਥੋੜ੍ਹਾ ਜਿਹਾ ਸਬਰ ਜ਼ਰੂਰ ਰੱਖਿਆ ਕਰੋ ਕਿ ਅਸੀਂ ਤੁਹਾਨੂੰ ਸੁਣਾਂਗੇ ਔਰ ਤੁਹਾਡੀ ਗੱਲ ਨੂੰ ਉਨੀ ਦੇਰ ਤੱਕ ਨਹੀਂ ਕੱਟਾਂਗੇ ਜਿੰਨੀ ਦੇਰ ਤੁਹਾਡਾ ਜਿਹੜਾ ਪੂਰੀ ਤਰ੍ਹਾਂ ਜਿਹੜਾ ਮਕਸਦ ਆ ਗੱਲ ਕਹਿਣ ਦਾ ਉਹ ਪੂਰਾ ਨਹੀਂ ਹੋ ਸਕਦਾ। ਸੋ ਆਓ ਚੱਲਦੇ ਹਾਂ ਅੱਜ ਭਗਵਾਨ ਜੀ ਵੱਲੋਂ। ਸਭ ਤੋਂ ਪਹਿਲਾਂ ਭਗਵਾਨ ਜੀ, ਸੋਸ਼ਲ ਸਕੇਅਰ ਜਿਹੜਾ ਜਾਂ ਸੋਸ਼ਲ ਸਿਕਿਉਰਿਟੀ ਆ ਜਾਂ ਜਿਹੜੇ ਗੌਰਮੈਂਟ ਹੈ ਯੂਕੇ ਦੀ ਇਹ ਕਾਫੀ ਕਟੌਤੀਆਂ ਕਰ ਰਹੀ ਹੈ, ਕੀ ਖਬਰ ਹੈ ਤੁਹਾਡੇ ਕੋਲ? ਚਾਲ ਸਾਹਿਬ ਜੀ, ਬ੍ਰਿਟਿਸ਼ ਗੌਰਮੈਂਟ ਨੇ ਪਰਸੋਂ ਰਾਤੀ ਨਾ ਇੱਕ ਕਾਨੂੰਨ ਪਾਸ ਕੀਤਾ ਆ। ਕਾਨੂੰਨ ਤਾਂ ਪਹਿਲਾਂ ਵੀ ਆ ਪਰ ਉਹਦੇ 'ਚ ਇਹਨਾਂ ਨੇ ਚੇਂਜਿਸ ਕੀਤੇ ਨੇ ਸੋਸ਼ਲ ਕੇਅਰ ਦੇ ਵਿੱਚ। ਜਿਹੜੇ ਹੱਕ ਲੋਕਾਂ ਨੇ ਆਪਣੇ ਲਏ ਪਿਛਲੇ ਕੁਝ ਸਮੇਂ ਦੇ ਵਿੱਚ, ਕੁਝ ਸਮੇਂ ਕਿ ਲਗਭਗ 42 ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ ਉਹ ਜਿਹੜੇ ਹੱਕ ਲਏ ਸੀ ਹੌਲੀ ਹੌਲੀ ਇਹ ਗੌਰਮੈਂਟਾਂ ਮੁੜ ਕੇ ਖੋਹ ਰਹੀਆਂ। ਉਹਨਾਂ ਦੇ ਵਿੱਚੋਂ ਇੱਕ ਹੱਕ ਸੀਗਾ ਕਿ ਅਸੀਂ ਜਿਹੜੇ ਲੋਕ ਜਦੋਂ ਆਪਾਂ ਬੁੱਢੇ ਹੋ ਜਾਂਦੇ ਹਾਂ, ਅਸੀਂ ਲੋਕ ਜਿਨ੍ਹਾਂ ਨੇ ਇੱਥੇ ਨੈਸ਼ਨਲ ਇੰਸ਼ੋਰੈਂਸ ਕਟਾਈ ਹੋਈ ਹੈ, ਉਹਨਾਂ ਨੂੰ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਚੰਗੀ ਜ਼ਿੰਦਗੀ ਦਿੱਤੀ ਜਾਵੇ ਅਤੇ ਉਸ 'ਤੇ ਖਰਚਾ ਸਰਕਾਰ ਦਾ ਆਉਂਦਾ, ਲੋਕਲ ਗੌਰਮੈਂਟਸ ਦਾ ਖਰਚਾ ਆਉਂਦਾ। ਉਸ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਅੱਗੇ ਜਿਹੜੀ ਕਟੌਤੀ, ਅੱਗੇ ਜਿਹੜਾ ਖਰਚਾ ਸੀਗਾ ਉਹ ਤੁਹਾਡੇ ਜਿਹੜਾ ਘਰ ਆ ਉਸ ਦੇ ਜੋ ਵੇਚ ਕੇ ਕਈ ਵਾਰ ਉਹਨੂੰ ਉਹਦੇ ਵਿੱਚੋਂ ਉਹਦੀ ਵੈਲਿਊ ਵਿੱਚੋਂ ਪੈਸੇ ਕੱਢ ਕੇ ਤੁਹਾਡੇ ਈਵਨ ਇੱਥੇ ਤੱਕ ਕਿ ਵੀ ਤੁਹਾਡੀ ਜਿਹੜੀ ਸੇਵਿੰਗਸ ਹੈਗੀਆਂ ਉਸ ਤੋਂ ਵਿੱਚੋਂ ਵੀ ਗੌਰਮੈਂਟ ਕੋਈ ਵੀ ਇਨਕਮ ਹੈਗਾ ਤੁਹਾਡੇ ਤੋਂ ਪੈਸੇ ਲੈ ਸਕਦੀ ਸੀ ਔਰ ਲੈ ਸਕਦੀ ਹੈ, ਅਜੇ ਵੀ ਲੈ ਸਕਦੀ ਆ। ਹੁਣ ਅੱਗੇ ਉਸ ਦਾ ਖਰਚਾ ਸੀ ਜਿਹੜਾ ਉਹ ਤੁਹਾਡਾ ਜਿਵੇਂ ਲਾ ਲਓ ਵੀ 30,000 ਤੋਂ ਲੈ ਕੇ 70,000 ਤੱਕ ਸੀਗਾ। ਹੁਣ ਇਹਨਾਂ ਨੇ ਲਗਭਗ ਉਹ 86,000 ਕਰ ਦਿੱਤਾ ਆ, ਜਿਹੜਾ 86,000 ਤੁਹਾਡੇ ਕੋਲੋਂ ਉਹ ਵਸੂਲ ਕਰ ਸਕਦੇ ਆ ਤੁਹਾਡੀ ਪ੍ਰੋਪਰਟੀ ਨੂੰ ਵੇਚ ਕੇ ਅਖੀਰ ਦੇ ਵਿੱਚ। ਅਤੇ ਜਿਹਦੇ ਨਾਲ ਕਿ ਇੱਕ ਆਮ ਆਦਮੀ ਆ ਉਸ ਕੋਲ ਇੱਕ ਜਿਹੜੇ ਆਪਣੇ ਆਮ ਮਿਡਲੈਂਡਰਸ ਨੇ ਜਾਂ ਨੌਰਥ ਦੇ ਵਿੱਚ ਹੈਗੇ, ਉਹਨਾਂ ਦੇ ਘਰਾਂ ਦੀ ਵਿਚਾਰਿਆਂ ਦੀ ਕੀਮਤਾਂ ਹੀ ਕਈਆਂ ਦੀ ਨੌਰਥ ਦੇ ਵਿੱਚ 1.5 ਲੱਖ ਹੈਗੀ ਆ ਅਤੇ ਉਹਨਾਂ ਨੂੰ ਜੇ 85-86,000 ਲੈ ਲਿਆ, ਉਹਨਾਂ ਕੋਲ ਬਾਅਦ ਦੇ ਵਿੱਚ ਆਪਣੇ ਬੱਚਿਆਂ ਲਈ ਜਾਂ ਆਪਣੇ ਲਈ ਹੁਣ ਕੁਛ ਵੀ ਨਹੀਂ ਬਚਦਾ। ਇਹ ਜਿਹੜੀ ਹੈਗੀ ਹੈ ਇਸ ਟਾਈਮ ਜਿਹੜਾ ਖਰਚਾ ਹੈਗਾ ਲਗਭਗ, ਇਹ 'ਚ ਕੋਈ ਸ਼ੱਕ ਨਹੀਂ ਗਾ ਵੀ ਇਹ ਲਗਭਗ 600 ਦੇ ਕਰੀਬ ਪਰ ਵੀਕ ਇੱਕ ਸਿਆਣੇ ਆਦਮੀ ਦਾ ਕੇਅਰ ਹੋਮ ਦੇ ਵਿੱਚ ਜਾਂ ਉਸ ਤਰ੍ਹਾਂ ਖਰਚਾ ਆਉਂਦਾ ਪਿਆ, ਜਿਹੜਾ ਲਗਭਗ 30,000 ਦੇ ਕਰੀਬ ਬਣ ਜਾਂਦਾ। ਅਤੇ ਇਹ ਜਿਹੜਾ ਸਾਰਾ ਕੁਛ ਇਹ ਬਿਲਕੁਲ ਜਿਹੜੀ ਸਰਕਾਰਾਂ ਆ, ਜਿਹੜੀ ਇਹ ਸਰਕਾਰ ਹੈ ਇਸ ਟਾਈਮ ਇਹ ਕਰਨਾ ਚਾਹੁੰਦੇ ਕਿ ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਹੈ ਨਾ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਭਾਰਤ ਦੇ ਵਿੱਚ ਵੀ ਜਿਹੜੀ ਹੈਗੀ ਆ ਪੜ੍ਹਾਈ ਮੁਫਤ ਹੈ, ਜਿਹੜਾ ਸੋਸ਼ਲ ਸਿਕਿਉਰਿਟੀ ਉੱਥੇ ਵੀ ਕਹਿੰਦੇ ਹੈਗੀ ਆ, ਪੈਨਸ਼ਨ ਦਿੰਦੇ ਆ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕਿਸ ਤਰ੍ਹਾਂ ਦੀਆਂ ਹੈਗੀਆਂ, ਹਸਪਤਾਲ ਹੈਗੇ ਨੇ ਕਿਸ ਤਰ੍ਹਾਂ ਦੇ ਹੈਗੇ ਨੇ। ਬਿਲਕੁਲ ਇਸ ਟਾਈਮ ਦੇਖਣ ਨੂੰ ਇੱਥੇ ਵੀ ਨੈਸ਼ਨਲ ਹੈਲਥ ਦਾ ਅਤੇ ਜਿਹੜਾ ਇਹ ਸਾਰਾ ਕੁਛ ਹੈਗਾ ਇਹ ਲੋਕਾਂ ਦੇ ਜਿਹੜੇ ਹੱਕ ਬਣਦੇ ਸੀ ਉਹਨਾਂ ਨੂੰ ਹੌਲੀ ਇਹ ਕੱਟ ਲਾ ਰਹੇ ਨੇ। ਅਤੇ ਉਹਦੇ ਵਿੱਚ ਜਿਹੜਾ ਦੇਖਣ ਨੂੰ ਤੁਹਾਨੂੰ ਇਹ ਲੱਗੂਗਾ ਵੀ ਸਭ ਕੁਛ ਹੈਗਾ। NHS ਜਿਸ ਤਰ੍ਹਾਂ ਨੈਸ਼ਨਲ ਹੈਲਥ ਆਪਣਾ ਹੈਗਾ, ਆਪਾਂ ਸਾਰੇ ਦੇਖਦੇ ਪਏ ਹਾਂ ਕਿ ਨੈਸ਼ਨਲ ਖੜ੍ਹਾ ਹੋਇਆ ਬਿਲਕੁਲ ਹੈਗਾ, ਪਰ ਹਸਪਤਾਲਾਂ ਦੇ ਵਿੱਚ ਤੁਸੀਂ ਜਾਓ 4-4 ਘੰਟੇ ਤੁਹਾਡੀ ਵਾਰੀ ਨਹੀਂ ਆਉਂਦੀ। ਡਾਕਟਰ ਨੂੰ ਮਿਲਣ ਦਾ ਤੁਹਾਡੇ ਕੋਲ, ਮੈਂ ਕਈਆਂ ਲੋਕਾਂ ਨੂੰ 2-2 ਸਾਲ ਹੋ ਗਏ ਤੁਸੀਂ ਡਾਕਟਰ ਨਹੀਂ ਦੇ ਸਕਦੇ। ਇਹ ਸਾਰਾ ਕੁਛ ਹੈਗਾ ਆ। ਅਤੇ ਇਸੇ ਤਰ੍ਹਾਂ ਇਹਨਾਂ ਨੇ ਜਿਹੜਾ ਕੇਅਰ ਹੋਮਸ ਜਿਹੜੇ ਹੈਗੇ ਨੇ ਜਾਂ ਜਿਹੜੀ ਸੋਸ਼ਲ ਕੇਅਰ ਆ ਉਸ ਦੇ ਵਿੱਚ ਇਹ ਲੋਕਾਂ ਨੂੰ ਪੈਸੇ ਜ਼ਿਆਦਾ ਵਧਾ ਰਹੇ ਨੇ ਕਿ ਉਹ ਪੈਸੇ ਅਖੀਰ ਦੇ ਵਿੱਚ ਜ਼ਿਆਦਾ ਦੇ ਕੇ ਛੁੱਟਣਗੇ, ਆਪਣੇ ਘਰ ਵੇਚ ਕੇ ਛੁੱਟਣਗੇ ਜਾਂ ਆਪਣੇ ਜਿਹੜੀਆਂ ਪੈਨਸ਼ਨ ਸੇਵਿੰਗਸ ਹੈਗੀਆਂ ਮਾੜੀ ਮੋਟੀ ਕਰਦੇ ਆ ਉਹ ਸਾਰਾ ਕੁਛ ਦੇ ਕੇ ਛੁੱਟਣਗੇ। ਕਿ ਸਾਡੇ ਲਈ ਇੱਕ ਬਹੁਤ ਫਿਕਰਮੰਦੀ ਦੀ ਗੱਲ ਹੈ। ਸਾਨੂੰ ਸਾਰਿਆਂ ਨੂੰ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨੇ ਚਾਹੀਦੇ ਆ, ਰੁਕਣਾ ਚਾਹੀਦਾ। ਅਤੇ ਕਿਉਂਕਿ ਜਿਹੜਾ ਅਸੀਂ ਸਾਰੀ ਉਮਰ ਅਸੀਂ ਪੈਸੇ ਕਟਾਉਂਦੇ ਆ ਉਸ ਦਾ ਸਾਨੂੰ ਅਖੀਰ ਦੇ ਵਿੱਚ ਫਾਇਦਾ ਹੋਣਾ ਚਾਹੀਦਾ ਆ। ਜੀ, ਬਹੁਤ ਮਿਹਰਬਾਨੀ ਭਗਵੰਤ ਜੀ। ਪਿਆਰ ਦਰਸ਼ਕੋ, ਆਓ ਗੱਲਾਂ ਕਰੀਏ ਹੁਣ ਥੋੜ੍ਹੀਆਂ ਜਿਹੀਆਂ ਪੰਜਾਬ ਅਤੇ ਭਾਰਤ ਦੀਆਂ। ਬੀਤੇ ਦਿਨੀ ਤੁਹਾਨੂੰ ਪਤਾ ਕਿ ਮੋਦੀ ਜੀ ਨੇ ਆਪਣੇ ਜੋ ਕਾਨੂੰਨ ਹੈ 3 ਕਾਲੇ ਕਾਨੂੰਨ ਜਿਨ੍ਹਾਂ ਨੂੰ ਆਪਾਂ ਬੜੀ ਦੇਰ ਦੇ ਸੰਬੋਧਨ ਕਰ ਰਹੇ, ਕੱਲ੍ਹ ਨੂੰ ਜਾਣੀ ਜਿਹੜਾ ਕੱਲ੍ਹ ਦਾ ਦਿਨ ਆਉਣਾ ਉਹਨਾਂ ਨੂੰ ਨੀਅਰਲੀ ਉੱਥੇ ਸਾਲ ਹੋ ਜਾਣਾ।
ਬੈਠਿਆਂ ਨੂੰ ਕਾਨੂੰਨ ਵਾਪਸ ਹੋਏ ਨੇ। ਜੇਕਰ ਕਾਨੂੰਨ ਵਾਪਸ ਹੋਏ ਨੇ ਤਾਂ ਫਿਰ ਕਿਸਾਨਾਂ ਨੂੰ ਕੁਲਵੰਤ ਜੀ ਹੁਣ ਘਰ ਚਲੇ ਜਾਣਾ ਚਾਹੀਦਾ, ਕਿਉਂਕਿ ਕਾਨੂੰਨ ਤਾਂ ਰਹੇ ਹੀ ਨਹੀਂ। ਕੀ ਖਿਆਲ ਹੈ ਤੁਹਾਡਾ? ਹਾਂਜੀ ਚਾਹਲ ਜੀ, ਜਿਹੜੀ ਤੁਸੀਂ ਗੱਲ ਕਰ ਰਹੇ ਆ ਵੀ ਕਿਸਾਨਾਂ ਨੂੰ ਹੁਣ ਵਾਪਸ ਚਲੇ ਜਾਣਾ ਚਾਹੀਦਾ ਜਾਂ ਨਹੀਂ, ਦੇਖੋ 1 ਸਾਲ ਹੋ ਗਿਆ ਦਿੱਲੀ ਲੋਕਾਂ ਨੂੰ, ਬੱਚਿਆਂ ਬਜ਼ੁਰਗਾਂ ਦੇ ਨਾਲ, ਬੀਬੀਆਂ ਮਾਈਆਂ ਭੈਣਾਂ ਨੂੰ ਬੈਠਿਆਂ। ਦੇਖੋ ਇਹ ਜਿਹੜਾ ਅੰਦੋਲਨ ਆ, ਇਹਨਾਂ ਸਮੱਸਿਆਵਾਂ ਬਹੁਤ ਖੜੀਆਂ ਹੋਈਆਂ। ਕੱਲੀ ਇਹ ਗੱਲ ਨਹੀਂ ਵੀ ਕਿਸਾਨੀ ਅੰਦੋਲਨ ਚੱਲਿਆ, MSP ਦੀ ਗੱਲ ਸੀ, 3 ਕਾਲੇ ਕਾਨੂੰਨਾਂ ਦੀ ਗੱਲ ਸੀ, ਇਹਦੇ ਨਾਲ ਹੋਰ ਰਿਲੇਟਡ ਜਿਹੜੀਆਂ ਗੱਲਾਂ ਸੀਗੀਆਂ ਉਹ ਵੀ ਹੁਣ ਜਿਹੜੀਆਂ ਸਾਹਮਣੇ ਆਉਂਦੀਆਂ ਆ ਤੇ ਆਈਆਂ ਆ। ਕਿਉਂਕਿ ਇਹ ਚੁੱਪ ਚਪੀਤੇ ਕਰੋਨਾ ਕਾਲ ਦੇ ਵਿੱਚ ਜਿੱਦਾਂ ਹੀ ਇਹ ਮੋਦੀ ਨੇ ਇਹ ਜਿਹੜੇ ਕਾਨੂੰਨ ਆ ਉਹ ਅਨਾਉਂਸ ਕੀਤੇ ਸੀਗੇ ਬਿਨਾਂ ਕਿਸੇ ਕਾਨੂੰਨੀ ਪ੍ਰਕਿਰਿਆ ਤੋਂ, ਇਸੇ ਤਰ੍ਹਾਂ ਹੀ ਇਹ ਚੁੱਪ ਚਪੀਤੇ ਚਾਹਲ ਜੀ ਇਹ ਵਾਪਸ ਲੈ ਗਏ ਆ। ਈਵਨ ਕਿ ਜਿਹੜੇ ਖੇਤੀਬਾੜੀ ਮੰਤਰੀ ਆ, ਇਹ ਵੀ ਖਬਰਾਂ ਬਾਹਰ ਆਉਂਦੀਆਂ ਵੀ ਉਹਨਾਂ ਨੂੰ ਵੀ ਪੁੱਛਿਆ ਨਹੀਂ ਗਿਆ। ਦੇਖੋ 11 ਮੀਟਿੰਗਾਂ ਹੋਈਆਂ ਖੇਤੀਬਾੜੀ ਮੰਤਰੀ ਦੇ ਨਾਲ ਕਿਸਾਨਾਂ ਦੀਆਂ ਜਥੇਬੰਦੀਆਂ ਦੀਆਂ, ਜਿਹਦੇ ਵਿੱਚੋਂ ਕੋਈ ਵੀ ਸਿੱਟਾ ਜਿਹੜਾ ਆ ਬਾਹਰ ਨਹੀਂ ਨਿਕਲਿਆ। ਤੇ ਐਂਡ ਦਾ ਡੇ ਜਾਣੀ ਕਿ ਹਜੇ ਤੱਕ 11 ਮੀਟਿੰਗਾਂ ਤੋਂ ਬਾਅਦ 'ਚ ਕੋਈ ਵੀ ਕਿਸਾਨਾਂ ਦੀ ਜਿਹੜੀ ਮੀਟਿੰਗ ਆ ਉਹ ਮੋਦੀ ਗਵਰਨਮੈਂਟ ਨੇ ਜਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੇ ਨਹੀਂ ਸੱਦੀ ਜੀ। ਤੇ ਇਹ ਚੁੱਪ ਚਪੀਤੇ ਹੀ ਜਿੱਦਾਂ ਕਾਨੂੰਨ ਬਣਾਤੇ ਰਾਤੋਂ ਰਾਤ, ਤਾਂ ਉਸੇ ਤਰ੍ਹਾਂ ਹੀ ਇਹ ਜਿਹੜੇ ਆ ਉਹ ਅਨਾਉਂਸ ਕਰ ਦਿੱਤੇ ਕਿ ਅਸੀਂ ਵਾਪਸ ਲੈ ਲਏ ਆ। ਸੋ ਗੱਲ ਇੱਥੇ ਇਹ ਆਉਂਦੀ ਆ ਚਾਹਲ ਜੀ ਵੀ ਜਾਣੀ ਕਿ ਜਿਹੜੀ MSP ਦੀ ਗੱਲ ਆ, ਵੀ ਜਿਹੜੀ MSP ਆ ਕੀ ਉਹ ਗਰੰਟੀ ਕਰ ਦਿੱਤੀ ਆ ਜਾਂ ਨਹੀਂ, ਉਹਦੇ ਬਾਰੇ ਤਾਂ ਮੋਦੀ ਗਵਰਨਮੈਂਟ ਨੇ ਕੋਈ ਗੱਲ ਨਹੀਂ ਕੀਤੀ ਹੈਗੀ। ਕਿਉਂਕਿ ਜੇ MSP ਗਰੰਟਿਡ ਨਹੀਂ ਹੈਗੀ ਤਾਂ ਹੀ ਜਿਹੜਾ ਬਾਹਰਲਿਆਂ ਸੂਬਿਆਂ ਤੋਂ ਝੋਨਾ, ਕਣਕ, ਮੱਕੀ, ਬਾਜਰਾ, ਜਵਾਰ ਜੋ ਵੀ ਆ ਉਹ ਸਾਰਾ ਹੀ ਫਿਰ ਪੰਜਾਬ ਦੇ ਵਿੱਚ ਆ ਕੇ ਵਿਕਦਾ ਜਾਂ ਹਰਿਆਣੇ 'ਚ ਆ ਕੇ ਵਿਕਦਾ, ਜਿਹਦੇ ਕਿ ਟਰੱਕ ਭਰੇ ਉਧਰੋਂ ਜਿਹੜੇ ਆ ਸਾਰੇ ਹੀ ਉਹ ਦੇਖ ਲਓ, ਆਪਾਂ ਰੋਡਾਂ ਤੇ ਦੇਖਦੇ ਆ ਓਵਰਲੋਡਡ ਹੋਈਆਂ ਗੱਡੀਆਂ ਸਾਰੀਆਂ ਜਿਹੜੀਆਂ ਪੰਜਾਬ ਤੇ ਹਰਿਆਣੇ ਨੂੰ ਆਉਂਦੀਆਂ। ਕਿਉਂਕਿ MSP ਮੂੰਹ ਜਵਾਨੀ ਹੈਗੀ ਆ ਪਰ ਉਹਦੇ ਤੇ ਗਰੰਟਿਡ ਉਹਦੀ ਜਿਹੜੀ ਆ ਉਹ ਨਹੀਂ ਹੈਗੀ। ਇਹੀ ਕਾਰਨ ਆ ਕਿਸਾਨਾਂ ਦਾ। ਕਿਸਾਨਾਂ ਨੇ ਕਿਹਾ ਵੀ MSP ਆ ਜਿਹੜੀ ਇਹ ਗਰੰਟੀ ਹੋਣੀ ਚਾਹੀਦੀ ਆ, ਕਿਉਂਕਿ ਇਹ ਜੇ ਗਰੰਟੀ ਨਹੀਂ ਹੈਗੀ ਤਾਂ ਫਿਰ ਇਸੇ ਤਰ੍ਹਾਂ ਹੀ ਜਿਹੜੀ ਕਿਸਾਨਾਂ ਦੀ ਲੁੱਟ ਆ ਉਹ ਸਾਰੀ ਮੂੰਹ ਜ਼ਬਾਨੀ ਕੀਤੀਆਂ ਹੋਈਆਂ ਗੱਲਾਂ ਉਹ ਫਿਰ ਇਸ ਤਰ੍ਹਾਂ ਹੁੰਦੀ ਰਹੂਗੀ ਤੇ ਉਹ ਸਾਰੀ ਜਿਹੜੀ ਦੂਸਰੇ ਸੂਬਿਆਂ ਦੇ ਵਿੱਚ ਵੀ ਆ ਉਹ ਇਹ MSP ਨੂੰ ਗਰੰਟੀ ਕਰਾਉਣੀ ਚਾਹੁੰਦੇ ਆ। ਇੱਕ ਤਾਂ ਇਹ ਗੱਲ ਹੋਊਗੀ। ਦੇਖੋ ਦੂਸਰੇ ਪਾਸੇ ਦੇਖੋ ਜਿਹੜੀਆਂ ਸਮੱਸਿਆਵਾਂ ਖੜੀਆਂ ਹੋਈਆਂ, ਜਿੱਦਾਂ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਤੇ ਚਾਹਲ ਜੀ ਕੇਸ ਪਾਏ ਗਏ, ਰਾਈਟ। ਉਸ ਦੂਸਰੇ ਪਾਸੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਸੀ ਲੀਡਰ ਸੀਗੇ ਉਹਨਾਂ ਤੇ ਦੇਖੋ ਕਿੰਨੇ ਕੇਸ ਆ, ਜਾਣੀ 10,000 ਤੋਂ ਵੀ ਵੱਧ ਜਿਹੜੇ ਕੇਸ ਆ ਉਹ 올 ਟੂਗੈਦਰ ਤਕਰੀਬਨ ਇਹਦੇ ਵਿੱਚ ਰਜਿਸਟਰਡ ਹੋਏ ਆ ਜਿਹੜਾ ਕਿਸਾਨੀ ਅੰਦੋਲਨ ਇਹ ਚੱਲਿਆ। ਦੇਖੋ ਹੁਣ ਉਹਨਾਂ ਨੂੰ ਜੇਕਰ ਬਿਨਾਂ ਕਿਸੇ ਗੱਲ ਤੋਂ ਮੰਗਾਂ ਮਨਵਾ ਕੇ ਜਾਂ ਉਹ ਕੇਸਾਂ ਦੀ ਬਿਨਾਂ ਕਿਸੇ ਪੈਰਵਾਈ ਕੀਤਿਆਂ ਗੌਰਮੈਂਟ ਤੋਂ, ਤਾਂ ਉਹ ਲੋਕ ਜੇ ਸਾਡੇ ਇੱਦਾਂ ਹੀ ਸਾਡੇ ਲੀਡਰ ਜਿਹੜੇ ਘਰ ਨੂੰ ਵਾਪਸ ਚਲੇ ਗਏ, ਮੁੜ ਕੇ ਕੀ ਹੋਣਾ ਆ, ਉਹਨਾਂ ਨੂੰ ਘਰਾਂ ਦੇ ਵਿੱਚੋਂ ਪੁਲਿਸ ਨੇ ਚੱਕ ਲਊਗੀ। ਉਹਨਾਂ ਤੇ ਕੇਸ ਜਿਹੜੇ ਆਲਰੇਡੀ ਪਾਏ ਆ ਜਾਂ ਹੋਰ ਪਾ ਕੇ ਤਾਂ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਊਗੀ। ਚਾਹਲ ਜੀ ਮੁੜ ਕੇ ਹੋਣਾ ਕੀ ਆ, ਫਿਰ ਉਹੀ ਪਾਲੇ ਦਾ ਉਹ ਜਿਹੜਾ ਪਾਲਾ ਆ ਜਿਹੜਾ ਉਹ ਉੱਥੇ ਦਾ ਉੱਥੇ, ਜਿਹੜੀ ਪਰਨਾਲਾ ਜਿੱਦਾਂ ਕਹਿੰਦੇ ਹੁੰਦੇ, ਉਹ ਉੱਥੇ ਦਾ ਉੱਥੇ ਲਟਕਿਆ ਰਹਿ ਜਾਣਾ। ਜਿਹੜੀ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਆ। ਸੋ ਇਹ ਵੀ ਕੇਸਾਂ ਦੀ ਜਿਹੜੀ ਗੱਲ ਆ ਇਹ ਵੀ ਉਹਨਾਂ ਨੇ ਗੱਲ ਕੀਤੀ ਆ ਵੀ ਅਸੀਂ ਜਿਹੜੇ ਆ ਸਾਰੇ ਜਿਹੜੇ ਨਜਾਇਜ਼ ਤੌਰ ਤੇ ਲੋਕਾਂ ਤੇ ਉਹ ਜਿਹੜੇ ਰਜਿਸਟਰਡ ਹੋਏ ਆ ਉਹਨਾਂ ਨੂੰ ਵੀ ਵਾਪਸ ਕਰਾਉਣਾ ਆ। ਇਹਦੇ ਨਾਲ ਆਪਾਂ ਕੋਰੇਗਾਂਵ ਨੂੰ ਤੁਸੀਂ ਜੋੜ ਕੇ ਦੇਖੋ ਜਦੋਂ ਕੋਰੇਗਾਂਵ ਦਾ ਜਿਹੜਾ ਇੰਸੀਡੈਂਟ ਹੋਇਆ, ਜਿਹੜਾ ਉੱਥੇ ਉਹ ਕਤਲੋਗਾਰਤ ਹੋਈ ਆ, ਉੱਥੇ ਲੋਕਾਂ ਨੂੰ ਕਿੱਦਾਂ ਜਿਹੜੇ ਉਹਨਾਂ ਦੀ ਹਮਾਇਤ ਦੇ ਵਿੱਚ ਉਤਰੇ ਸੀਗੇ ਲੋਕ, ਪੜ੍ਹੇ ਲਿਖੇ ਲੋਕ, ਸੋਸ਼ਲ ਵਰਕਰ ਸੀਗੇ, ਉਹਨਾਂ ਨੂੰ ਕਿੱਦਾਂ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ ਹਜੇ ਤੱਕ ਜਿਹੜੇ ਅੰਦਰ ਬੈਠੇ ਆ। ਇਸੇ ਤਰ੍ਹਾਂ ਉਹਦੇ ਵਿੱਚੋਂ ਸਟੈਨ ਸਵਾਮੀ ਸੀਗੇ ਜਿਨ੍ਹਾਂ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ। ਇਸੇ ਤਰ੍ਹਾਂ ਹੋਰ ਵੀ ਉੱਥੇ ਮੌਤਾਂ ਜਿਹੜੀਆਂ ਹੋ ਰਹੀਆਂ, ਉਹ 90 ਸਾਲ ਦੇ 80 ਸਾਲ ਦੇ ਬਜ਼ੁਰਗ ਜਿਹੜੇ ਆ ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਆ ਤੇ ਕੋਈ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। ਇਹੀ ਸਭ ਤੋਂ ਵੱਡੇ ਕਾਰਨ ਨੇ ਵੀ ਅਸੀਂ ਭਾਵੇਂ ਇਹ ਅੰਦੋਲਨ ਨੂੰ ਜਿੱਤਿਆ ਆ ਪਰ ਉਹਦੇ ਪਿੱਛੇ ਜਿਹੜਾ ਛੜਯੰਤਰ ਆ ਗੌਰਮੈਂਟ ਦਾ ਜੋ ਉਹਦੇ ਪਿੱਛੇ ਰਹਿ ਗਿਆ ਆ ਉਹਨੂੰ ਅਸੀਂ ਸਮੇਟ ਕੇ ਜਾਣਾ, ਨਾ ਕਿ ਅਸੀਂ ਇਸੇ ਤਰ੍ਹਾਂ ਅੱਧ ਵਿਚਾਲੇ ਛੱਡ ਕੇ ਜਾਣਾ। ਇਹ ਸੀਗੀ ਜਿਹੜੀ ਗੌਰਮੈਂਟ ਦੀ ਗੱਲ ਆ ਜਾਂ ਕਿਸਾਨੀ ਅੰਦੋਲਨ ਦੀ ਜਿਹੜੀ ਗੱਲ ਆ, ਲੀਡਰਾਂ ਦੀ ਗੱਲ ਆ, ਉਹ ਇਸ ਕਰਕੇ ਉਹ ਬੈਠੇ ਆ ਤੇ ਹੁਣ ਪਾਰਲੀਮੈਂਟ ਦੇ ਵਿੱਚ ਡਿਸਕਸ਼ਨ ਜਿਹੜੀ ਆ ਹੋਣੀ ਆ, ਉਹਦੇ ਤੋਂ ਦੇਖਦੇ ਆਪਾਂ ਕਿਹੜੇ ਸਿੱਟੇ ਨਿਕਲਦੇ ਚੱਲਦੇ। ਜੀ ਭਗਵਾਨ ਜੀ ਕੁਛ ਕਹਿ ਰਹੇ ਸੀ ਤੁਸੀਂ? ਹਾਂਜੀ, ਮੈਂ ਬਿਲਕੁਲ ਆਪਣੇ ਕੁਲਵੰਤ ਜੀ ਨਾਲ ਸਹਿਮਤ ਹਾਂ
ਬੇਸ਼ੱਕ ਉਹਨਾਂ ਦੀ ਕੱਲ੍ਹ ਭਾਜਪਾ ਜਿਹੜੀ ਕੈਬਨਿਟ ਮੀਟਿੰਗ ਹੈਗੀ ਆ ਮਿਨਿਸਟਰੀ ਦੀ ਉਹਨਾਂ ਦੀ ਹੋਈ ਆ ਅਤੇ ਉਹਨਾਂ ਨੇ ਇਹ ਰੱਦ ਕਰ ਦਿੱਤੇ ਨੇ ਉੱਥੇ ਕੈਬਨਿਟ ਦੇ ਵਿੱਚ ਆਪਣੇ। ਪਰ ਦੂਜੇ ਨਾਲ ਜਿਹੜੀ ਆਪਾਂ ਗੱਲ ਦਾ ਸਾਨੂੰ ਹਮੇਸ਼ਾ ਸ਼ੱਕ ਰਹਿੰਦਾ ਜਾਂ ਡਰ ਰਹਿੰਦਾ, ਸ਼ਾਇਦ ਤੁਸੀਂ ਲੋਕ ਮੇਰੇ ਵੀਰਾਂ ਨੇ ਉਹਨਾਂ ਨੇ ਦੇਖੇ ਕੋਈ ਨਿਊਜ਼ ਅੱਜ ਕਿ ਗਾਜ਼ੀਪੁਰ ਬਾਰਡਰ ਦੇ ਉੱਤੇ ਉਹਨਾਂ ਨੇ ਫੇਰ ਮੁੜ ਕੇ ਜਿਹੜੇ ਪੱਥਰ ਜਿਹੜੇ ਬਲੋਕੇਜ ਸੀਗੇ ਉਹ ਰੱਖਣੇ ਸ਼ੁਰੂ ਕਰ ਦਿੱਤੇ ਆ ਅਤੇ ਪੁਲਿਸ ਦੱਸ ਨਹੀਂ ਰਹੀ ਕਿ ਕੀ ਆ ਕਿ ਜਿਹੜਾ ਅੱਗੇ ਰਾਹ ਵੱਡਾ ਸੀ ਉਸ ਰਾਹ ਨੂੰ ਛੋਟਾ ਕੀਤਾ ਜਾ ਰਿਹਾ, ਜਿਸ ਤੋਂ ਇਸ ਗੌਰਮੈਂਟ ਦੀ ਜਿਹੜੀ ਮਨਸ਼ਾ ਉਹਦੇ ਅਜੇ ਵੀ ਸ਼ੱਕ ਦਾ ਜਿਹੜੀ ਸੂਈ ਆ ਉਹਦੇ ਵੱਲ ਪੂਰੀ ਘੁੰਮਦੀ ਆ ਅਤੇ ਇਹਨਾਂ 'ਤੇ ਯਕੀਨ ਨਹੀਂ ਕੀਤਾ ਜਾਂਦਾ ਕਿ ਇਹ ਜਿਹੜਾ ਸਾਨੂੰ ਜਿਹੜੇ ਇਹਨਾਂ ਨੇ ਹੱਕ ਕਹਿੰਦੇ ਨੇ ਕਿ ਤੁਹਾਨੂੰ ਦੇ ਦਿੱਤੇ ਵਾਪਸ, ਅਸੀਂ ਮੋੜ ਲਏ ਨੇ ਵਾਪਸ 3 ਕਾਨੂੰਨ, ਅਤੇ ਉਹ ਮੁੜ ਕੇ ਉਸ 'ਤੇ ਖੜਨਗੇ। ਮਤਲਬ ਕੁਲਵੰਤ ਜੀ ਤੁਹਾਨੂੰ ਲੱਗਦਾ ਵੀ ਜਿਹੜੇ ਕਾਨੂੰਨ ਆ ਇਹ ਹਜੇ ਵਾਪਸ ਨਹੀਂ ਹੋਏ? ਨਹੀਂ ਦੇਖੋ ਵਾਪਸ ਸ਼ੱਕ ਦੀ ਹੋ ਗਏ ਆ, ਪਰ ਜਿਹੜੇ ਲੋਕਾਂ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਨਹੀਂ ਹਜੇ ਹੋਏ ਹੈਗੇ ਉਹ ਡਿਸਕਸ਼ਨ ਦੇ ਵਿੱਚ ਕਾਨੂੰਨੀ ਪ੍ਰਕਿਰਿਆ ਦੇ ਨਾਲ ਹੀ ਵਾਪਸ ਹੋਣਗੇ। ਰਾਈਟ, ਹਜੇ ਮੂੰਹ ਜ਼ਬਾਨੀ ਸਿਰਫ ਇਹ ਵਾਪਸ ਹੋਏ ਆ। ਦੇਖੋ ਉਹ ਤਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਮੋਦੀ ਗੌਰਮੈਂਟ ਨੇ ਜਾਂ ਮੋਦੀ ਨੇ ਇਹ ਤਾਂ 2014 ਦੇ ਵਿੱਚ ਵੀ ਬੜੇ ਲੱਛੇਦਾਰ ਭਾਸ਼ਣ ਜਿਹੜੇ ਆ ਸਟੇਜਾਂ ਤੋਂ ਦਿੱਤੇ ਸੀਗੇ ਕਿ ਲੋਕਾਂ ਦੇ 15-15 ਲੱਖ ਅਕਾਊਂਟਾਂ ਦੇ ਵਿੱਚ ਆਉਣਾ ਆ, ਲੋਕਾਂ ਨੂੰ 2 ਕਰੋੜ ਨੌਕਰੀਆਂ ਮਿਲਣੀਆਂ, ਬੁਲਟ ਟ੍ਰੇਨ ਚੱਲਣੀਆਂ। ਸੋ ਇਹੋ ਜਿਹੀਆਂ ਗੱਲਾਂ ਸੀਗੀਆਂ ਜਿਹੜੀਆਂ ਕਿ ਉਹ ਸਾਡੀਆਂ ਪੂਰੀਆਂ ਹੋ ਗਈਆਂ। ਸੋ ਇਸੇ ਕਰਕੇ ਜਿਹੜੇ ਲੋਕ ਆ ਉਹ ਕਦੋਂ ਤੱਕ ਇਸੇ ਤਰ੍ਹਾਂ ਲੀਡਰਾਂ 'ਤੇ ਵਿਸ਼ਵਾਸ ਕਰਦੇ ਰਹਿਣਗੇ, ਕਿਉਂਕਿ ਵਿਸ਼ਵਾਸਘਾਤ ਹੁੰਦਾ ਹੀ ਬਹੁਤ ਆ। ਕਿੱਦਾਂ 2 ਨੰਬਰ ਦਾ ਪੈਸਾ ਕਾਲਾ ਧਨ ਜਿਹੜਾ ਵਾਪਸ ਆਊਗਾ, ਲੋਕਾਂ ਨੂੰ 15-15 ਲੱਖ ਮਿਲ ਜੂਗਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਲੋਕਾਂ ਦੇ ਮਨਾਂ ਦੇ ਵਿੱਚ ਹੈ, ਖਰੋਸ਼ ਹੈ ਚਾਹਲ ਜੀ। ਦੇਖੋ ਇਹ ਮੂੰਹ ਜ਼ਬਾਨੀ ਕੋਈ ਨਹੀਂ, ਇਹੋ ਜਿਹਾ ਕੁਛ ਵੀ ਹੋ ਸਕਦਾ। ਕਾਨੂੰਨੀ ਪ੍ਰਕਿਰਿਆ ਨਾਲ ਜਦੋਂ ਹੋਣਗੇ ਤਾਂ ਫਿਰ ਉਹ ਜਿਹੜੇ ਉਹ ਮੰਨੇ ਜਾਣਗੇ। ਬਿਲਕੁਲ ਪਿਆਰੇ ਦਰਸ਼ਕੋ, ਪੰਜਾਬ ਇੰਡੀਆ ਦੀ ਖਾਸ ਕਰਕੇ ਸੋਚ ਇਸ ਲੈਵਲ ਤੱਕ ਚਲੀ ਗਈ ਹੈ ਜਾਂ ਬਣਾ ਦਿੱਤੀ ਗਈ ਹੈ ਕਿ ਉੱਥੇ ਹੁਣ ਭਰੋਸੇ ਨਾਂ ਦੀ ਕੋਈ ਚੀਜ਼ ਰਹੀ ਨਹੀਂ। ਭਾਈ ਆ ਦਹੀਂ ਲੈਣ ਵੀ ਜਾਈਏ ਤਾਂ ਸਾਨੂੰ ਇਹ ਲੱਗਦਾ ਕਿ ਅੱਧ ਭਾਈ ਲੈ ਕੇ ਆਉਣਾ ਹੈ। ਸੋ ਉਹ ਕਾਨੂੰਨ ਤਾਂ ਬਹੁਤ ਵੱਡੀ ਗੱਲ ਆ, ਇਸੇ ਲਈ ਖਿਆਲ ਰੱਖਿਆ ਜਾ ਰਿਹਾ। ਕੁਲਵੰਤ ਜੀ, ਕੀ ਜਿਹੜੀ ਡਕੈਤ ਨੇ ਮਹਾ ਪੰਚਾਇਤ ਕੀਤੀ ਨਖਲਊ ਦੇ ਵਿੱਚ ਉਹ ਇਸ ਨੂੰ ਮੁੱਖ ਰੱਖ ਕੇ ਆ ਜਾਂ ਕੁਝ ਹੋਰ ਹਾਲਾਤ ਨੇ? ਨਹੀਂ ਦੇਖੋ, ਜਿਹੜੀ ਪਿਛਲੇ 22 ਤਰੀਕ ਨੂੰ ਨਵੰਬਰ ਦੀ ਇਸ ਨੂੰ ਤਾਂ ਮਹਾ ਪੰਚਾਇਤ ਰੈਲੀ ਜਿਹੜੀ ਲਖਨਊ ਦੇ ਵਿੱਚ ਚਾਹਲ ਜੀ ਹੋਈ ਆ ਜੀ। ਦੇਖੋ ਉਹ ਸੰਯੁਕਤ ਮੋਰਚੇ ਨੇ ਸਾਂਝੇ ਤੌਰ 'ਤੇ ਜਿਹੜੀ ਆ ਉਹ ਰੈਲੀ ਰੱਖੀ ਸੀ ਯੂਪੀ ਦੇ ਵਿੱਚ। ਉਸ ਰੈਲੀ ਦੇ ਵਿੱਚ ਇੰਨਾ ਭਰਮਾ ਇਕੱਠ ਹੋਇਆ, ਲੋਕਾਂ ਨੇ ਜਾਣੀ ਕਿ ਦੇਖਿਆ ਜਾਂਦਾ ਸੀਗਾ ਵੀ ਲੋਕ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਏ ਜੀ। ਉਹਦੇ ਕਾਰਨ ਦੇਖੋ ਇਹੀ ਸੀਗੇ, ਉਹਨਾਂ ਦਾ ਮੱਦੇਨਜ਼ਰ ਰੱਖ ਕੇ ਵੀ ਜਿਹੜੀ ਲਖੀਮਪੁਰ ਦੇ ਵਿੱਚ ਘਟਨਾ ਵਾਪਰੀ ਸੀਗੀ, ਕਿੱਦਾਂ ਉਹ ਜਿਹੜਾ ਮਿਨਿਸਟਰ ਆ ਅਜੇ ਮਿਸ਼ਰਾ ਉਹ ਕਿੱਦਾਂ ਹਜੇ ਵੀ ਉਹ ਬੇਲਗਾਮ ਘੁੰਮ ਰਿਹਾ ਆ, ਉਹਦੇ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ, ਉਹ ਬਰਖਾਸਤ ਨਹੀਂ ਕੀਤਾ ਗਿਆ ਮਿਨਿਸਟਰੀ ਤੋਂ, ਉਹਨੇ ਅਸਤੀਫਾ ਨਹੀਂ ਦਿੱਤਾ, ਜਾਂ ਜਿਹੜਾ ਉਹਦਾ ਮੁੰਡਾ ਆ ਉਹ ਹਜੇ ਤੱਕ ਉਸੇ ਤਰ੍ਹਾਂ ਘੁੰਮ ਰਿਹਾ। ਸੋ ਇਹ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖ ਕੇ ਚਾਹਲ ਜੀ ਜਿਹੜਾ ਲਖਨਊ ਦੇ ਵਿੱਚ ਇਹ ਜਿਹੜੀ ਆ ਕਿਸਾਨ ਸੰਯੁਕਤ ਮੋਰਚੇ ਨੇ ਜਿਹੜੀ ਆ ਉਹ ਰੈਲੀ ਆਯੋਜਿਤ ਕੀਤੀ ਸੀਗੀ। ਕਿਉਂਕਿ ਇੱਕ ਗੱਲ ਇਹਦੇ ਵਿੱਚ ਸਾਹਮਣੇ ਆਈ ਸੀ ਕੁਝ ਚਿਰ ਪਹਿਲਾਂ, ਜਦੋਂ ਜੋਗੀ ਸਰਕਾਰ ਨੇ ਇਹ ਗੱਲ ਕਹੀ ਸੀ ਵੀ ਕਿਸਾਨ ਆ ਜਿਹੜੇ ਉਹ ਦਿੱਲੀ ਦੀਆਂ ਬਰੂਹਾਂ 'ਤੇ ਬਾਰਡਰਾਂ 'ਤੇ ਤਾਂ ਬੈਠੇ ਨੇ ਕਿਉਂਕਿ ਉਹ ਦੇਸ਼ ਦੀ ਰਾਜਧਾਨੀ ਦੇ ਵਿੱਚ ਬੈਠੇ ਨੇ ਜੀ, ਪਰ ਜੇ ਉਹ ਪ੍ਰਦੇਸ਼ ਦੀ ਰਾਜਧਾਨੀ ਦੇ ਵਿੱਚ ਆਉਣਗੇ ਤਾਂ ਫਿਰ ਅਸੀਂ ਉਹਨਾਂ ਨੂੰ ਦੱਸਾਂਗੇ ਤਾਂ ਫਿਰ ਕੀ ਭਾਅ ਪੈਂਦੀ ਆ। ਜਣੀ ਚੈਲੰਜ ਕੀਤਾ ਸੀਗਾ ਕਿਸਾਨਾਂ ਨੂੰ ਵੀ ਜਣੀ ਵੀ ਅਸੀਂ ਉਹਨਾਂ ਦੇ ਲਾਠੀਆਂ ਮਾਰ ਕੇ ਭਜਾਵਾਂਗੇ ਜਾਂ ਕੁਛ ਵੀ ਹੈ ਜੋ ਵਟਐਵਰ ਜੋ ਵੀ ਆ, ਕਿਉਂਕਿ ਉਹ ਜਿਹੜੀ ਤਲਖੀ ਸੀਗੀ ਉਹ ਦੇਖਣ ਨੂੰ ਮਿਲੀ। ਪਰ ਹੁਣ ਜਿਹੜੀ ਰੈਲੀ ਹੋਈ ਆ ਇਹਨੇ ਇਹ ਸਾਬਤ ਕਰ ਦਿੱਤਾ, ਜਣੀ ਜੋਗੀ ਜੀ ਇੱਦਾਂ ਲੱਗ ਰਿਹਾ ਸੀ ਬੇਬਸ ਵੀ ਜੇ ਕਿਸੇ ਨੇ ਪੁਲਿਸ ਵਾਲੇ ਦੇ ਇੱਕ ਡੰਡਾ ਵੀ ਮਾਰਤਾ, ਉਹ ਇਹ ਲੱਗਦਾ ਸੀਗਾ ਵੀ 10 ਸੀਟਾਂ ਤਾਂ ਸਿੱਧੀਆਂ ਹੀ ਗਈਆਂ ਨਾ ਯੂਪੀ ਦੇ ਵਿੱਚੋਂ ਜੀ। ਜਣੀ ਇਹ ਜਿਹੇ ਹਾਲਾਤ ਸੀਗੇ, ਜਣੀ ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਦੇਖੋ ਆਵਾਮ ਆ, ਲੋਕ ਆ, ਸਾਡੇ ਸਿਵਿਲੀਅਨ ਨੇ, ਸਾਡੇ ਨਾਗਰਿਕ ਨੇ, ਜੇਕਰ ਅਸੀਂ ਇਹਨਾਂ ਦੀਆਂ ਮੰਗਾਂ ਨਹੀਂ ਮੰਨਾਂਗੇ ਜਿਹੜੀਆਂ ਜਾਇਜ਼ ਨੇ ਤਾਂ ਸਾਡਾ ਫਿਰ ਦੇਸ਼ ਦੇ ਉੱਤੇ ਰਾਜ ਕਰਨ ਦਾ ਵੀ ਕੋਈ ਹੱਕ ਨਹੀਂ। ਦੇਖੋ ਇਹੀ ਜਿਹੜੇ ਕਾਰਨ ਸੀ ਵੱਡੇ ਜਿਹੜੀ ਕਿ ਇਹ ਰੈਲੀ ਜਿਹੜੀ ਉਹ ਰੱਖੀ ਗਈ ਸੀ ਜੀ। ਪਿਆਰੇ ਦਰਸ਼ਕੋ, ਭਾਵੇਂ ਕਿ ਕਾਲੇ ਕਾਨੂੰਨ ਨਾਂ ਦਾ ਜੋ ਸ਼ਬਦ ਅਸੀਂ ਪਿਛਲੇ 1 ਸਾਲ ਤੋਂ ਵਰਤਦੇ ਆ ਰਹੇ ਹਾਂ, ਉਸ ਨੂੰ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਵਾਪਸ ਲੈਣ ਦੀ ਗੱਲ ਕਹੀ ਆ। ਬੜੇ ਥੋੜ੍ਹੇ ਸ਼ਬਦਾਂ ਦੇ ਵਿੱਚ ਗੱਲ ਨਿਬੇੜ ਕੇ ਚਲੇ ਗਏ ਨੇ। ਉਸ ਤੋਂ ਬਾਅਦ ਬਹੁਤ ਸਾਰੇ ਜੋ ਕਿਸਾਨ ਅੰਦੋਲਨ 'ਤੇ ਬੈਠੇ ਹੋਏ ਨੇ ਅੰਦੋਲਨਕਾਰੀ,
ਉਹਨਾਂ ਦਾ ਵੀ ਇੱਕ ਨਵੇਂ ਅਜੀਬ ਤਰ੍ਹਾਂ ਦਾ ਰੋਸਾ ਸਾਹਮਣੇ ਆਇਆ ਕਿ ਸਾਨੂੰ ਸਾਲ ਹੋ ਗਿਆ ਬੈਠਿਆਂ ਨੂੰ, ਸਾਨੂੰ ਪੁੱਛਿਆ ਹੀ ਨਹੀਂ, ਸਾਡੇ ਨਾਲ ਕੋਈ ਮੀਟਿੰਗ ਨਹੀਂ ਕੀਤੀ। ਕੁਝ ਕੁ ਹਾਸੋਹੀਣ ਖਬਰਾਂ ਵੀ ਆਈਆਂ ਵੀ ਕੀ ਕਿਸਾਨਾਂ ਨੂੰ ਪਹਿਲਾਂ ਜਾਣੀ ਜੋ ਆਗੂ ਉਹਨਾਂ ਨੂੰ ਪਹਿਲਾਂ ਸੱਦਿਆ ਜਾਂਦਾ, ਫਿਰ ਉਹਨਾਂ ਨੂੰ ਚਾਹ ਪਿਲਾਈ ਜਾਂਦੀ, ਫਿਰ ਉਹ ਵਿਰੋਧ ਕਰਦੇ ਨਹੀਂ ਅਸੀਂ ਚਾਹ ਨਹੀਂ ਪੀਣੀ, ਅਸੀਂ ਲੰਗਰ ਵੀ ਥੱਲੇ ਬਹਿ ਕੇ ਖਾਣਾ। ਫਿਰ ਉਹ ਵਿਰੋਧ ਕਰਦੇ ਵੀ ਤੁਸੀਂ ਜਿਹੜੇ ਕਾਨੂੰਨ ਆ ਉਹ ਵਾਪਸ ਨਹੀਂ ਲੈ ਰਹੇ, ਜਦ ਕਿ ਕਾਲ ਇਹ ਹੋਏਗੀ ਵੀ ਕਾਨੂੰਨਾਂ ਨੂੰ ਵਾਪਸ ਲੈਣ ਜਾਣ ਦੀ। ਸੋ ਇੱਦਾਂ ਦੀਆਂ ਖਬਰਾਂ ਵੀ ਕਾਫੀ ਮਾਤਰਾ ਦੇ ਵਿੱਚ ਦੇਖਣ ਸੁਣਨ ਨੂੰ ਮਿਲੀਆਂ। ਖੈਰ ਇਹ ਸਾਡਾ ਇਹ ਸਵਾਲ ਨਹੀਂ ਹੈ ਕਿਸੇ ਨੂੰ ਵੀ, ਸਾਡਾ ਸਵਾਲ ਇਹ ਹੈ ਕਿ ਕਿਸਾਨ ਯੂਨੀਅਨ ਤੇ ਮਜ਼ਦੂਰ ਯੂਨੀਅਨ ਨੇ ਆਪਸ ਵਿੱਚ ਰਲ ਕੇ ਭਗਵੰਤ ਜੀ ਕੰਮ ਕਰਨ ਦਾ, ਇੱਕ ਦੂਜੇ ਦਾ ਦੁੱਖ ਸੁੱਖ ਸਾਂਝਾ ਕਰਨ ਦਾ ਫੈਸਲਾ ਕੀਤਾ। ਤੁਹਾਡੇ ਕੋਲ ਕੀ ਇਹਦੇ ਬਾਰੇ ਵਧੇਰੇ ਜਾਣਕਾਰੀ ਹੈ? ਇਹ ਮੇਰਾ ਵੀਰੋ, ਮੈਨੂੰ ਜਿਹੜਾ ਲੱਗਦਾ ਕਿ ਜਿਹੜੀ ਉਹ ਜਿੱਤ ਕਿਸਾਨਾਂ ਦੀ ਹੋਈ ਆ, ਉਸ ਦੇ ਨਾਲ ਜਿਹੜਾ ਹੌਸਲਾ, ਜਿਹੜੀ ਏਕਤਾ ਦੀ ਭਾਵਨਾ, ਜਿਹੜੀ ਅਸੀਂ ਹਮੇਸ਼ਾ ਇੱਥੋਂ ਇਸ ਸਟੇਜ ਤੋਂ ਗੱਲਾਂ ਕਰਦੇ ਰਹੇ ਹਾਂ ਕਿ ਕਿਸਾਨ ਤੇ ਮਜ਼ਦੂਰ ਦੋਏ ਛੋਟੇ ਵੱਡੇ ਭਰਾ ਨੇ। ਹਮੇਸ਼ਾ ਬੇਸ਼ੱਕ ਉਹਨਾਂ ਦੇ ਇੰਟਰਸਟ ਨੇ, ਜਿਹੜੇ ਉਹਨਾਂ ਦੀ ਲੋੜਾਂ ਆ, ਉਹ ਇੱਕ ਦੂਸਰੇ ਤੋਂ ਸੂਟ ਨਹੀਂ ਕਰਦੀਆਂ। ਇੱਕ ਦਿਹਾੜੀ ਦੇਣ ਵਾਲਾ, ਇੱਕ ਦਿਹਾੜੀ ਲੈਣ ਵਾਲਾ, ਉਹ ਗੱਲਾਂ ਚੱਲਦੀਆਂ, ਉਹ ਆਪਣੇ ਇੰਗਲੈਂਡ 'ਚ ਵੀ ਜਾਂ ਕਿਤੇ ਵੀ ਦੁਨੀਆ 'ਚ ਚੱਲਦੀਆਂ, ਪਰ ਉਹਦੇ ਵਿੱਚ ਇੱਕ ਮਿੱਤਰਤਾ, ਇੱਕ ਸਦਭਾਵਨਾ ਹੋਣੀ ਬਹੁਤ ਜ਼ਰੂਰੀ ਆ। ਪੰਜਾਬ ਦੀਆਂ 7 ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ, ਉਹ ਪੰਜਾਬ ਦੇ ਵਿੱਚ ਘੋਲ ਕਰਦੀਆਂ ਪਈਆਂ ਨੇ ਇਸ ਟਾਈਮ, ਅਤੇ ਉਹ ਜਿਹੜੀ ਸਾਡੇ ਸ਼ਾਮਲਟ ਜ਼ਮੀਨਾਂ ਦੀ ਹੈ ਘੋਲ ਚੱਲਦੇ ਪਏ ਨੇ ਉਹਦੀ ਪ੍ਰਾਪਤੀ ਦੇ ਲਈ, ਅਤੇ ਪਿੰਡਾਂ ਦੇ ਵਿੱਚ ਸਾਡੇ ਘਰਾਂ ਦੇ ਛੋਟੇ ਛੋਟੇ ਪਲਾਟਾਂ ਲਈ ਜਿਹੜੇ ਘੋਲ ਚੱਲਦੇ ਪਏ ਨੇ, ਉਹ ਘੋਲ ਚੱਲਦੇ ਪਏ ਨੇ। ਅਤੇ ਉਹਨਾਂ ਨੇ ਹੁਣ ਉਸ ਦੇ ਲਈ ਮੇਰਾ ਖਿਆਲ ਹੈ ਵੀ 2 ਦਿਨਾਂ ਨੂੰ ਉਹਨਾਂ ਨੇ ਜਿਹੜਾ ਪੰਜਾਬ ਦੇ ਵਿੱਚ ਰੇਲ ਰੋਕੋ ਜਿਹੜਾ ਰੱਖਿਆ ਹੈ ਪ੍ਰੋਟੈਸਟ, ਉਹ ਪ੍ਰੋਟੈਸਟ ਦੇ ਵਿੱਚ ਜਿਹੜੀ ਆਪਣੀ ਜਿਹੜੀਆਂ ਕਿਸਾਨ ਸਭਾਵਾਂ ਜਿਹੜੀਆਂ ਇਸ ਟਾਈਮ ਸੰਯੁਕਤ ਮੋਰਚੇ ਦੇ ਵਿੱਚ ਸੀਗੀਆਂ ਹੁਣ ਤੱਕ, ਉਹਦੇ ਵਿੱਚ ਹੁਣ ਵੀ ਨੇ, ਵੀ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਦਾ ਪੂਰਾ ਸਾਥ ਦੇਣ ਦਾ ਉਹਨਾਂ ਨੇ ਪ੍ਰਣ ਕੀਤਾ ਕਿ ਅਸੀਂ ਤੁਹਾਡੇ ਨਾਲ ਪੂਰੀ ਖੜਾਂਗੇ। ਜਿਹਦੇ ਵਿੱਚ ਆਪਣੇ ਉਗਰਾਹਾਂ ਜੀ, ਜੋਗਿੰਦਰ ਸਿੰਘ ਉਗਰਾਹਾਂ, ਉਹਨਾਂ ਦੀ ਉਗਰਾਹਾਂ ਜਿਹੜੀ ਹੈਗੀ ਆ, ਰਾਜੇਵਾਲ ਹੋਣੀ ਨੇ ਅਤੇ ਪਾਲ ਹੋਣੀ ਨੇ, ਅਤੇ ਮਤਲਬ ਕਿ 5 ਇਹ ਜਥੇਬੰਦੀਆਂ ਨੇ ਜਿਹੜੀਆਂ, ਹੋਰ ਵੀ ਨੇ ਮਗਰ ਪਰਣੇ ਨੇ ਆ ਕੇ ਉਹਨਾਂ ਦਾ ਸਾਥ ਦੇਣ ਦਾ ਪੂਰਾ ਪ੍ਰਣ ਕੀਤਾ, ਜਿਹੜਾ ਇੱਕ ਬਹੁਤ ਹੀ ਵਧੀਆ ਗੱਲ ਹੋਊਗੀ। ਸਾਡੇ ਜਿਹੜੇ ਗਰੀਬ ਮਜ਼ਦੂਰ ਲੋਕ ਨੇ ਉਹਨਾਂ ਨਾਲ ਜਦੋਂ ਇਹਦਾ ਸਾਥ ਮਿਲੂਗਾ, ਉਹ ਇੱਕ ਬਹੁਤ ਜ਼ਰੂਰੀ ਆ। ਵੈਸੇ ਜਿਹੜੇ ਲੋਕ ਇੱਥੇ ਇੰਗਲੈਂਡ 'ਚ ਵੀ ਬੈਠੇ ਨੇ ਕਈ, ਅਤੇ ਜਾਂ ਉੱਥੇ ਇੰਡੀਆ 'ਚ ਵੀ ਨੇ, ਜਿਹੜੇ ਇਸ ਯੂਨਿਟੀ ਨੂੰ ਬਿਲਕੁਲ ਨਹੀਂ ਚਾਹੁੰਦੇ, ਉਸ ਨੂੰ ਵਧਾਉਣਾ ਚਾਹੁੰਦੇ। ਉਹ ਚਾਹੁੰਦੇ ਨੇ ਕਿ ਸਾਡਾ ਫਾਟਕ ਆ ਗਰੀਬ ਮਜ਼ਦੂਰ ਦਾ ਅਤੇ ਕਿਸਾਨ ਦਾ, ਉਹ ਵੱਧਦਾ ਰਹੇ, ਅਤੇ ਉਹਨਾਂ ਨੂੰ ਇਹ ਗੱਲ ਦਾ, ਜਿਹੜੇ ਸਾਡੇ ਮਜ਼ਦੂਰ ਵੀਰ ਨੇ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਸਾਡੇ ਜਿਹੜੀ ਯੂਨਿਟੀ ਆ ਉਹ ਬਹੁਤ ਅੱਗੇ ਨਾਲੋਂ ਵਧੂਗੀ ਅਤੇ ਕਾਮਯਾਬੀ ਹੋਊਗੀ। ਜੀ ਬਹੁਤ ਮਿਹਰਬਾਨੀ ਭਗਵੰਤ ਜੀ। ਪਿਆਰ ਦਰਸ਼ਕੋ, ਕਾਲ ਲਾਈਨ ਖੋਲ੍ਹ ਦਿੱਤੀ ਗਈ ਆ। ਜੇਕਰ ਤੁਹਾਡਾ ਮਨ ਹੈ, ਤੁਹਾਨੂੰ ਲੱਗਦਾ ਵੀ ਤੁਸੀਂ ਕਿਸੇ ਵਿਸ਼ੇ 'ਤੇ ਗੱਲ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਫੋਨ ਵੀ ਕਰ ਸਕਦੇ ਹੋ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਜੀ ਨੇ ਸੁਰਜੀਤ ਪਾਤਰ ਅਤੇ ਸੁਖਵਿੰਦਰ ਬੱਬਲੂ ਨੂੰ ਰਾਜ ਅਵਾਰਡ ਦਿੱਤੇ ਨੇ, ਰਾਜ ਗਾਇਕ ਦੇ ਅਤੇ ਰਾਜ ਸ਼੍ਰੋਮਣੀ ਕਵੀ ਦੇ, ਔਰ ਨਾਲ ਉਹਨਾਂ ਨੂੰ ਇੱਕ ਹੋਰ ਵੀ ਅਹੁਦਾ ਦਿੱਤਾ ਜਿਹੜਾ ਕਿ ਅੱਜ ਤੱਕ ਕਿਸੇ ਨੂੰ ਵੀ ਇਹ ਦਿਮਾਗ 'ਚ ਨਹੀਂ ਆਇਆ ਹੋਵੇਗਾ, ਕੈਬਨਿਟ ਮੰਤਰੀ ਦਾ। ਔਰ ਇਹਨਾਂ ਦੋਨਾਂ ਮਹਾਂਪੁਰਸ਼ਾਂ ਨੂੰ ਇਹ ਅਹੁਦਾ ਦੇਣਾ ਚੰਨੀ ਲਈ ਮੈਂ ਸਮਝਦਾ ਇੱਕ ਬਹੁਤ ਵੱਡੀ ਗੱਲ ਹੈ। ਇਸ ਤਰ੍ਹਾਂ ਸੋਚਣਾ, ਅਗਰ ਇਸ ਤੋਂ ਪਹਿਲਾਂ ਵੀ ਕੁਝ ਜਿਹੜੇ ਹੋਏ ਨੇ, ਮੁੱਖ ਮੰਤਰੀ ਹੋਏ ਨੇ ਜਾਂ ਸਰਕਾਰਾਂ ਹੋਈਆਂ ਨੇ, ਅਗਲੇ ਉਹਨਾਂ ਨੇ ਸੋਚਿਆ ਹੁੰਦਾ ਕਿ ਪੰਜਾਬੀ ਗਾਇਕੀ ਨੂੰ ਜਾਂ ਪੰਜਾਬੀ ਕਵਿਤਾ ਨੂੰ ਜਾਂ ਕਹਾਣੀ ਨੂੰ ਕਿਵੇਂ, ਜਾਂ ਸਾਹਿਤ ਨੂੰ ਕਿਵੇਂ ਅਸੀਂ ਰਿਸਪੈਕਟ ਦੇਣੀ ਹੈ, ਅੱਜ ਤੱਕ ਇਹ ਕਿਸੇ ਦੇ ਮਨ ਵਿੱਚ ਨਹੀਂ ਆਇਆ। ਸੋ ਮੈਂ ਆਪਣੇ ਤੌਰ 'ਤੇ ਚਰਨਜੀਤ ਚੰਨੀ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ। ਚੱਲਦੇ ਹਾਂ ਜੀ ਅਗਲੀ ਖਬਰ ਵੱਲ। ਆਮ ਆਦਮੀ ਪਾਰਟੀ ਦਾ ਜਿਹੜੀਆਂ ਬ੍ਰੈਕਟਾਂ ਹੈ ਉਹ ਕਾਫੀ ਡਿੱਗ ਰਹੀਆਂ ਜੀ। ਕੁਲਵੰਤ ਜੀ, ਛੋਟੀ ਜਿਹੀ ਗੱਲ ਸਮਝਾ ਦਿਓ ਸਾਨੂੰ, ਕਿਉਂ? ਹਾਂਜੀ ਚਾਹਲ ਜੀ, ਵੀ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਵਿਕਟਾਂ ਉਹ ਦਿਨੋਂ ਦਿਨ ਡਿੱਗ ਰਹੀਆਂ ਜੀ। ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਦੇਖੋ ਹੋੜ ਲੱਗੀ ਪਈ ਹੈ ਚਾਹਲ ਜੀ, ਵੀ ਜਣੀ ਛੱਡ ਕੇ ਜਾਣ ਦੀ ਜੀ। ਅਤੇ ਪਹਿਲਾਂ ਜਿੱਦਾਂ 2017 ਤੋਂ ਬਾਅਦ ਇਲੈਕਸ਼ਨਾਂ ਤੋਂ ਕਿੱਦਾਂ ਜਿਹੜੇ ਸਾਡੇ ਲੀਡਰ ਸੀਗੇ ਆਮ ਆਦਮੀ ਪਾਰਟੀ ਦੇ, ਉਹ ਛੱਡ ਕੇ ਗਏ ਉਹਨਾਂ ਦੇ ਵਿੱਚ, ਚਾਹੇ ਉਹ ਖਹਿਰਾ ਜੀ ਹੋਣ, ਚਾਹੇ
ਮਲੂਕਾ ਜੀ ਹੋਣ ਨੇ ਕਮਾਲੂ ਜੀ ਹੋਣ, ਚਾਹੇ ਹੋਰ ਵੀ ਜਿੰਨੇ ਹੈਗੇ ਆ। ਦੇਖੋ ਫੂਲਕਾ ਜੀ ਨੇ ਰਿਜ਼ਾਈਨ ਦਿੱਤਾ, ਇਸੇ ਤਰ੍ਹਾਂ ਆਪਣੇ ਸੀਗੇ ਜਿਹੜੇ ਡਾਕਟਰ ਧਰਮਵੀਰ ਗਾਂਧੀ, ਉਹਨਾਂ ਨੇ ਰਿਜ਼ਾਈਨ ਕੀਤਾ। ਸੋ ਹੋਰ ਵੀ ਹਰਿੰਦਰ ਖਾਲਸਾ ਸੀਗੇ, ਉਹਨਾਂ ਨੇ ਵੀ ਛੱਡ ਕੇ ਚਲੇ ਗਏ। ਬਹੁਤ ਸਾਰੇ ਜਿਹੜੇ ਸੀਗੇ ਇੱਦਾਂ ਹੀ ਚਾਹਲ ਜੀ ਛੱਡ ਕੇ ਉਹ ਹੌਲੀ ਹੌਲੀ ਜਿਹੜੇ ਉਹ ਪਾਰਟੀ ਨੂੰ ਚਲੇ ਗਏ। ਇਸੇ ਨਾਲ ਹੀ ਥੋੜ੍ਹੇ ਦਿਨ ਪਹਿਲਾਂ ਜਿੱਦਾਂ ਰੁਪਿੰਦਰ ਰੂਬੀ ਜਿਹੜੇ ਬਠਿੰਡਾ ਤੋਂ ਸ਼ਾਇਦ ਉਹ ਵਿਧਾਇਕ ਸੀਗੇ, ਉਹਨਾਂ ਨੂੰ ਵੀ ਰਿਜ਼ਾਈਨ ਕਰਕੇ ਤਾਂ ਕਾਂਗਰਸ ਪਾਰਟੀ ਜੁਆਇਨ ਕਰ ਲਈ। ਹੁਣ ਰੀਸੈਂਟਲੀ ਜਿਹੜੇ ਜਗਤਾਰ ਜੱਗਾ ਜੀ ਸੀਗੇ ਤਾਂ ਉਹਨਾਂ ਨੇ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਤਾਂ ਕਾਂਗਰਸ ਜੁਆਇਨ ਕਰ ਲਿਆ। ਸੋ ਇਹ ਜਿਹੜੀਆਂ ਦਿਨੋਂ ਦਿਨ ਡਿੱਗ ਰਹੀਆਂ ਵਿਕਟਾਂ ਆ, ਇਹ ਚਾਹਲ ਜੀ ਇਹ ਖਤਰੇ ਦੀ ਘੰਟੀ ਆ ਆਮ ਆਦਮੀ ਪਾਰਟੀ ਲਈ, ਕਿਉਂਕਿ ਇੱਕ ਪਾਸੇ ਤਾਂ ਉਹ ਇਹ ਗੱਲ ਕਹਿ ਰਿਹਾ ਕਿ ਅਸੀਂ 2022 ਦੀਆਂ ਇਲੈਕਸ਼ਨਾਂ ਜਿਹੜੀ ਆ ਉਹਦੇ ਵਿੱਚ ਅਸੀਂ ਆਪਣੀ ਸਰਕਾਰ ਬਣਾਵਾਂਗੇ, ਬਹੁਮਤ ਦੇ ਨਾਲ ਜਿੱਤਾਂਗੇ। ਤਾਂ ਪਰ ਜਿਹੜੇ ਉਹਨਾਂ ਦੇ ਆਲਰੇਡੀ ਕੈਂਡੀਡੇਟ ਆ, ਜਿਹੜੇ ਜਿੱਤੇ ਹੋਏ ਆ, ਇਲੈਕਟ ਹੋਏ ਕੈਂਡੀਡੇਟ ਆ, ਉਹ ਛੱਡ ਕੇ ਪਾਰਟੀ ਜਾ ਰਹੇ ਆ। ਇੱਥੋਂ ਕੁਛ ਨਾ ਕੁਛ ਇਹ ਦੱਸਦਾ ਆ ਵੀ ਪਾਰਟੀ ਦੇ ਵਿੱਚ ਕੁਛ ਸਹੀ ਨਹੀਂ ਚੱਲ ਰਿਹਾ। ਇਸੇ ਕਰਕੇ ਹੀ ਜਿਹੜਾ ਬਣਦਾ ਮਾਣ ਉਸ ਪਾਰਟੀ ਦੇ ਵਿੱਚ ਇਹਨਾਂ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ, ਇਸੇ ਕਰਕੇ ਉਹ ਜਿਹੜੇ ਆ ਉਹ ਛੱਡ ਕੇ ਜਾ ਰਹੇ ਆ। ਇੱਥੋਂ ਇਹ ਸੰਕੇਤ ਮਿਲਦੇ ਆ। ਸੋ ਇਹ ਆਮ ਆਦਮੀ ਪਾਰਟੀ ਨੂੰ ਸੋਚਣਾ ਪਊ। ਬਿਲਕੁਲ ਪਿਆਰੇ ਦਰਸ਼ਕੋ, ਬੀਤੇ ਦਿਨ ਹੀ ਜਦੋਂ ਪੰਜਾਬ 'ਚ ਸੈਸ਼ਨ ਸ਼ੁਰੂ ਹੋਇਆ ਤਾਂ ਮੁੱਖ ਮੰਤਰੀ ਦੀ ਜਦੋਂ ਵਾਰੀ ਆਈ, ਉਸਨੇ ਕਿਹਾ ਕਿ ਮੇਰੇ ਮਾਤਾ ਜਿਹੜੀ ਆ ਮੈਨੂੰ ਖੱਡੀ ਜਦੋਂ ਬੁਣਦੀ ਹੁੰਦੀ ਸੀ ਤਾਂ ਮੈਨੂੰ ਤਾਣੀ ਦੇ ਵਿੱਚੋਂ ਤੰਦ ਕੱਢਣ ਨੂੰ ਦਿੰਦੀ ਹੁੰਦੀ ਸੀ। ਤਾਂ ਉਸਨੇ ਕਿਹਾ ਕਿ ਮੈਨੂੰ ਬਾਕੀ ਦਾ ਪਤਾ ਨਹੀਂ, ਪਰ ਮੈਨੂੰ ਤਾਣੀ ਜਿਹੜੀ ਆ ਉਹ ਸਿੱਧੀ ਕਰਨੀ ਆਉਂਦੀ ਹੈ। ਤੁਸੀਂ ਸਮਝੇ ਮੈਂ ਕੀ ਕਹਿ ਰਿਹਾ ਜੀ? ਬਿਲਕੁਲ, ਤੰਦ ਨਹੀਂ ਬਦਲ ਗਈ ਤਾਣੀ। ਸੋ ਇਹ ਤਾਣੀ ਜਿਹੜੀ ਚਾਂਚੀ ਨੇ ਜਿਹੜੀ ਇਹ ਗੱਲ ਕਹੀ ਆ, ਬਹੁਤ ਵਧੀਆ ਗੱਲ ਕਹੀ ਆ ਕਿ ਤਾਣੀ ਜਦੋਂ ਉਲਝ ਜਾਏ ਉਸ ਨੂੰ ਸਿੱਧਿਆਂ ਕਰਨਾ ਫਿਰ ਬੜਾ ਔਖਾ ਹੁੰਦਾ। ਜੇ ਸਿੱਖਿਆ ਹੁੰਦਾ ਨਾ ਉਹ ਹੀ ਕੱਢ ਸਕਦਾ। ਪਰ ਕੁਝ ਗੱਲਾਂ ਅਸੀਂ ਹੋਰ ਵੀ ਪਾਸੇ ਜਾ ਰਹੇ ਹਾਂ ਕਿ ਕੇਜਰੀਵਾਲ ਘਰ ਘਰ ਜਾ ਰਿਹਾ ਆ, ਜਾਂ ਆਮ ਆਦਮੀਆਂ ਦੇ ਘਰਾਂ ਦੇ ਵਿੱਚ ਉਹਨਾਂ ਜੋ ਰਿਕਸ਼ੇ ਵਾਲੇ ਨੇ, 4 ਵੀਲਰ ਵਾਲੇ ਨੇ, ਉਹਨਾਂ ਦੇ ਘਰਾਂ 'ਚ ਮੀਟਿੰਗਾਂ ਕਰ ਰਿਹਾ। ਅਤੇ ਕੈਪਟਨ ਸਾਹਿਬ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ, ਜਦੋਂ ਉਹਨਾਂ ਨੇ ਕੁਛ ਲੋਕਾਂ ਨੂੰ ਘਰ, ਪੱਤਰਕਾਰਾਂ ਨੂੰ ਜਾਂ ਕੁਛ ਖਾਸ ਲੋਕਾਂ ਨੂੰ ਸੱਦਿਆ ਸੀ ਤਾਂ ਮੀਟ ਉਸਨੇ ਖੁਦ ਬਣਾਇਆ ਸੀ। ਤੁਸੀਂ ਸਾਨੂੰ ਯਾਦ ਆ ਜੀ? ਹਾਂਜੀ, ਉਹਨੇ ਕੁੱਕ ਆਪ ਦਿੱਤਾ। ਹਾਂਜੀ, ਉਸ ਤੋਂ ਬਾਅਦ ਬਾਦਲ ਵੀ ਜਲੇਬੀਆਂ ਬਣਾਉਣ ਲੱਗ ਪਏ ਨੇ। ਅਤੇ ਹੁਣ ਚੰਨੀ ਜੀ ਵੀ ਕਹਿੰਦੇ ਵੀ ਮੈਂ ਟੈਂਟ ਲਾਉਂਦਾ ਆ। ਜੇਕਰ ਅਸੀਂ ਧੀ ਭੈਣ ਦਾ ਵਿਆਹ ਰੱਖਣਾ ਹੋਵੇ ਤਾਂ ਹਲਵਾਈ ਟੈਂਟ ਜਿਹੜੇ ਆ ਉਹ ਸਾਨੂੰ ਪੰਜਾਬ 'ਚੋਂ ਹੀ ਮਿਲ ਜਾਣਗੇ। ਇਹ ਜਿਹੜੀ ਦੁਕਾਨ ਆ ਲਾ ਰਹੇ ਆ ਅਸੀਂ, ਜਿਹੜੀ ਇਲੈਕਸ਼ਨ ਚੱਲ ਰਹੀਆਂ ਨੇ, ਇਹਨਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਜਿਹੜੀਆਂ ਨਵ ਤਰ੍ਹਾਂ ਦੀਆਂ ਸਜੀਆਂ ਪਈਆਂ ਨੇ, ਕਦੀ ਸੋਚਿਆ ਨਹੀਂ ਹੋਣਾ ਵੀ ਇਸ ਲੈਵਲ ਦੀ ਜਿਹੜੀ ਆ ਸਿਆਸਤ ਵੀ ਕਦੀ ਗਿਰ ਸਕਦੀ, ਕਦੀ ਡਿੱਗ ਸਕਦੀ। ਆਮ ਆਦਮੀ ਨੂੰ ਐਡਾ ਵੀ ਮੂਰਖ ਬਣਾਇਆ ਜਾ ਸਕਦਾ। ਅਸੀਂ ਉਹ ਲੋਕ ਆ, ਮੈਂ ਸ਼ਾਇਦ ਕੁਲਵੰਤ ਵੀ ਅਤੇ ਭਗਵੰਤ ਵੀ ਉਹ ਲੋਕ ਆ ਜਿਨ੍ਹਾਂ ਨੇ ਤਾਸ਼ ਦੇ ਪੱਤੇ ਜਾਂ ਤੀਲਾਂ ਦੀ ਡੱਬੀਆਂ ਦੇ ਪੱਤੇ ਖੇਲੇ ਆ, ਫਿਲਮਾਂ ਦੇ ਪੱਤੇ ਖੇਲੇ ਆ। ਫਿਰ ਅਸੀਂ ਰੇਡੀਓ ਦੇਖਿਆ ਆ, ਫਿਰ ਅਸੀਂ TV ਦੇਖਿਆ, ਫਿਰ ਅਸੀਂ VCR ਦੇਖਿਆ, ਫਿਰ ਅਸੀਂ CD ਦੇਖੀ, ਫਿਰ ਅਸੀਂ USB ਦੇਖੀ। ਅਸੀਂ ਉਹ ਲੋਕ ਆ ਜਿਨ੍ਹਾਂ ਨੇ WhatsApp ਵੀ ਦੇਖਿਆ। ਸ਼ਾਇਦ ਸਾਡੇ ਵਾਲੀ ਆਖਰੀ ਪੀੜ੍ਹੀ ਹੋਏਗੀ ਜਿਨ੍ਹਾਂ ਨੇ ਇਹਨਾਂ 50 ਸਾਲਾਂ ਦੇ ਵਿੱਚ ਇੰਨੀ ਤਰੱਕੀ ਦੇਖੀ ਆ, ਔਰ ਸਾਡੇ ਤੋਂ ਬਾਅਦ ਵਾਲੀ ਹੋ ਸਕਦਾ ਇਹ ਤੋਂ ਵੱਧ ਦੀ ਦੇਖਦੀ ਹੋਵੇ। ਲੇਕਿਨ ਜਿਹੜੀ ਅੱਜ ਹੋ ਰਹੀ ਪੰਜਾਬ ਦੀ ਇਲੈਕਸ਼ਨ, ਇੰਨੀ ਤਰੱਕੀ ਮੈਂ ਇਹਨਾਂ 50 ਸਾਲਾਂ 'ਚ ਨਹੀਂ ਦੇਖੀ ਜਿੰਨੀ ਮੈਂ 50 ਦਿਨਾਂ 'ਚ ਦੇਖ ਰਿਹਾ। ਕੀ ਖਿਆਲ ਨੇ ਕੁਲਵੰਤ ਜੀ ਤੁਹਾਡੇ ਕੋਲ? ਇਹ ਜੋ ਨਵੇਂ ਨਾਅਰੇ ਆ, ਮੈਂ ਤੁਹਾਨੂੰ ਔਰਤਾਂ ਨੂੰ 1000 ਦਿਆਂਗਾ, ਮੰਗ ਖਾਣਾ ਬਣਾਇਆ ਜਾ ਰਿਹਾ, ਜਦ ਕਿ ਸਾਨੂੰ ਆਪ ਕੰਮ ਕਰਕੇ ਆਪਣੀ ਰੋਟੀ ਆਪ ਖਾਣ ਜੋਗਾ ਬਣਾਉਣਾ ਚਾਹੀਦਾ। ਪਰ ਸਾਨੂੰ ਪੰਜਾਬ ਦੇ ਲੋਕਾਂ ਨੂੰ ਸਾਰੇ ਹੀ ਮੰਤਰੀ ਇਕੱਠੇ ਹੋ ਕੇ ਮੰਗ ਖਾਣਾ ਬਣਾ ਰਹੇ ਨੇ। ਕੀ ਖਿਆਲ? ਚਾਹਲ ਜੀ, ਇਹ ਮੰਗ ਖਾਣਾ ਦੀ ਜਿਹੜੀ ਤੁਸੀਂ ਗੱਲ ਕੀਤੀ ਆ, ਬਹੁਤ ਸੋਹਣਾ ਤੁਹਾਡਾ ਇਹ ਕੁਐਸਚਨ ਆ। ਜਾਣੀ ਭਾਰਤੀ ਲੋਕਤੰਤਰ ਦੇ ਵਿੱਚ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਸੱਜ ਰਹੀਆਂ ਨਵੀਆਂ ਦੁਕਾਨਾਂ ਜੀ, ਜਿਹੜੀ ਪਾਰਟੀਆਂ ਵੱਲੋਂ ਜੀ, ਜਾਣੀ ਇਹ ਜਿਹੜੇ ਹਾਲਾਤ ਆ, ਇਹ ਪੰਜਾਬ ਦੇ ਵਿੱਚ ਵੀ, ਬਾਕੀ ਸੂਬਿਆਂ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ। ਪਰ ਪੰਜਾਬ ਦੇ ਵਿੱਚ ਅਸੀਂ ਜ਼ਿਆਦਾ ਦੇਖ ਰਹੇ ਹਾਂ ਕਿਉਂਕਿ 2-3 ਮਹੀਨੇ ਇਲੈਕਸ਼ਨਾਂ ਦੇ ਵਿੱਚ ਚਾਹਲ ਜੀ ਰਹਿ ਗਏ ਆ। ਇਹ ਜਿਹੜੀਆਂ ਬਾਜ਼ਾਰਾਂ ਦੇ ਵਿੱਚ ਜਿੱਦਾਂ ਅੱਗੇ ਚਾਹਲ ਜੀ ਬਾਣੀਏ ਦੁਸ਼ਹਿਰੇ, ਦੀਵਾਲੀ ਨੂੰ, ਲੋਹੜੀ ਨੂੰ ਫਿਰ ਦੁਕਾਨਾਂ ਆਪਣੀਆਂ ਸਜਾਉਂਦੇ ਹੁੰਦੇ ਸੀਗੇ ਜੀ, ਇਸੇ ਤਰ੍ਹਾਂ ਹੁਣ ਆਪਣੇ ਜਿਹੜੇ ਪੰਜਾਬ ਦੇ ਲੀਡਰ ਆ ਉਹ 2-3 ਮਹੀਨੇ ਰਹਿ ਗਏ ਆ ਇਲੈਕਸ਼ਨਾਂ ਦੇ ਵਿੱਚ, ਤਾਂ ਇਲੈਕਸ਼ਨਾਂ ਤੋਂ ਪਹਿਲਾਂ ਫਿਰ ਆਪਣੀਆਂ ਉਹ
ਜਣੀ ਦੁਕਾਨਾਂ ਸਜਾ ਰਹੇ ਆ, ਉਹ ਕਿਸੇ ਨਾ ਕਿਸੇ ਸਟੇਜ ਦੇ ਉੱਤੇ ਜਾ ਕੇ ਲੋਕਾਂ ਨੂੰ ਦੱਸ ਰਹੇ ਆ ਕਿ ਅਸੀਂ ਆਹ ਗੱਫੇ ਦੇਵਾਂਗੇ, ਅਸੀਂ ਆਹ ਗੱਫੇ ਦੇਵਾਂਗੇ। ਜਣੀ ਇਦਾਂ ਦੇ ਹਾਲਾਤ ਆ ਜਿਹੜੇ ਇਲੈਕਸ਼ਨਾਂ ਦੇ ਵਿੱਚ ਹੁਣ ਆਪਾਂ ਨੂੰ ਦੇਖਣ ਨੂੰ ਮਿਲਦੇ ਆ। ਦੇਖੋ ਇਹਨਾਂ ਨੇ ਫਿਰ ਉਹ ਸੇਲਜ਼ਮੈਨ ਜਿਹੜੇ ਤਿਆਰ ਕੀਤੇ ਹੋਏ ਆ, ਤੇ ਉਹ ਫਿਰ ਆਪਣੇ ਸਿੰਘਾਂ ਨੂੰ ਉਹ ਜਿੱਦਾਂ ਕਹਿੰਦੇ ਹੁੰਦੇ ਆ ਤੇਲ ਲਾ ਕੇ ਤੁਰੇ ਫਿਰਦੇ ਆ। ਹਾਂਜੀ ਅਸੀਂ ਤੁਹਾਨੂੰ ਆਹ ਵੀ ਫ੍ਰੀ ਦੇਵਾਂਗੇ, ਅਸੀਂ ਤੁਹਾਨੂੰ ਆਹ ਵੀ ਫ੍ਰੀ ਦੇਵਾਂਗੇ। ਫਿਰ ਲੋਕ ਆ ਜਿਹੜੇ ਵਿਚਾਰੇ ਭੋਲੇ ਭਾਲੇ ਆ, ਉਹ ਫਿਰ ਇਹਨਾਂ ਦੇ ਜਾਲ ਦੇ ਵਿੱਚ ਜਿਹੜਾ ਫਸ ਜਾਂਦੇ ਆ। ਇਹ 70-75 ਸਾਲ ਤਾਂ ਸਾਨੂੰ ਚਾਹਲ ਜੀ ਹੋ ਹੀ ਗਏ ਆ ਆਲਰੇਡੀ। ਦੇਖੋ ਕੇਜਰੀਵਾਲ ਜੀ ਪੰਜਾਬ ਫੇਰੀ ਤੇ ਆਏ ਥੋੜ੍ਹੇ ਦਿਨ ਪਹਿਲਾਂ, ਉਸ ਤੋਂ ਪਹਿਲਾਂ ਵੀ ਆਏ। ਉਹ ਤਕਰੀਬਨ 15-20 ਦਿਨੀ ਉਹ ਪੰਜਾਬ ਦੇ ਵਿੱਚ ਗੇੜਾ ਮਾਰ ਰਹੇ ਆ। ਦੇਖੋ ਉਹਨਾਂ ਨੇ 300 ਯੂਨਿਟ ਜਿੱਦਾਂ ਹੀ ਉਹ ਅਨਾਊਂਸ ਕੀਤੀ ਸੀ ਕਿ ਫ੍ਰੀ ਆ, ਤਾਂ ਉਸੇ ਤਰ੍ਹਾਂ ਨਾਲ ਫਿਰ ਜਿਹੜੀਆਂ ਦੂਸਰੀਆਂ ਪਾਰਟੀਆਂ ਸੀ ਉਹਨਾਂ ਨੇ ਵੀ ਕਰ ਦਿੱਤੀ ਵੀ ਅਸੀਂ 400 ਯੂਨਿਟ ਦੇਵਾਂਗੇ, ਅਸੀਂ 600 ਯੂਨਿਟ ਦੇਵਾਂਗੇ ਫ੍ਰੀ। ਜਣੀ ਇਹ ਸਭ ਕੁਝ ਜਿਹੜਾ ਫ੍ਰੀ ਦਾ ਮਾਲ ਹੈ ਜਣੀ ਪੰਜਾਬੀਆਂ ਲਈ ਆ। ਪੰਜਾਬੀ ਕਿੱਥੇ ਤਾਂ ਇਹ ਜਾਣੇ ਜਾਂਦੇ ਆ ਵੀ ਉਹ ਲੋਕਾਂ ਨੂੰ ਲੰਗਰ ਖਵਾਉਂਦੇ ਨੇ ਤੇ ਲੋਕਾਂ ਦੀ ਮਦਦ ਕਰਦੇ ਨੇ, ਪਰ ਪੰਜਾਬੀ ਇਹਨਾਂ ਨੇ ਅੱਜ ਇੱਦਾਂ ਦੇ ਬਣਾਤੇ ਵੀ ਉਹ ਜਣੀ ਮੰਗ ਖਾਣੇ ਆ, ਵੀ ਜਣੀ ਉਹ ਲੋਕ ਫ੍ਰੀ ਦੀਆਂ ਚੀਜ਼ਾਂ ਹੀ ਉਹ ਲੈ ਕੇ ਤਾਂ ਗੌਰਮੈਂਟਾਂ ਤੋਂ ਖਰੇ ਆਪਣੀ ਜ਼ਿੰਦਗੀ ਉਹ ਜਿਹੜੀ ਬਤੀਤ ਕਰਦੇ ਆ। ਦੇਖੋ ਇਹ ਹਾਲਾਤ ਹੈ ਜਿਹੜੇ ਇਹ ਬਣ ਗਏ। ਫਿਰ ਨਾਲ ਹੀ ਹੁਣ ਜਿਹੜੇ ਰੀਸੈਂਟਲੀ ਜਿਹੜੇ ਆਪਣੇ ਚਾਹਲ ਜੀ ਆਏ ਆ ਕੇਜਰੀਵਾਲ ਜੀ ਪੰਜਾਬ ਦੇ ਵਿੱਚ, ਉਹਨਾਂ ਨੇ ਅਨਾਊਂਸ ਕੀਤਾ ਕਿ ਅਸੀਂ ਔਰਤਾਂ ਦੇ ਲਈ 1-1000 ਜਿਹੜਾ ਆ ਰੁਪਈਆ ਹਰ ਮਹੀਨੇ ਜਿਹੜਾ ਉਹਨਾਂ ਦੇ ਅਕਾਊਂਟਾਂ 'ਚ ਪਾਇਆ ਕਰਾਂਗੇ। ਚਾਹੇ ਉਹ ਇੱਕ ਘਰ ਦੇ ਵਿੱਚ 3 ਔਰਤਾਂ ਨੇ ਜਾਂ 2 ਔਰਤਾਂ ਨੇ ਜਾਂ 4 ਔਰਤਾਂ ਨੇ, ਉਹਨਾਂ ਨੂੰ ਅਲੱਗ-ਅਲੱਗ ਜਿਹੜਾ ਆ ਅਕਾਊਂਟਾਂ ਦੇ ਵਿੱਚ ਉਹਨਾਂ ਦੇ ਪੈਸਾ ਜਿਹੜਾ ਆ ਉਹ ਅਸੀਂ ਪਾਇਆ ਕਰਾਂਗੇ। ਪਹਿਲੀ ਤਾਂ ਗੱਲ ਇੱਥੇ ਆਪਾਂ ਕਲੀਅਰ ਕਰੀਏ ਵੀ ਇਹ ਪੰਜਾਬ ਦੇ ਵਿੱਚ ਇਹ ਪੈਸਾ ਜਿਹੜਾ ਆ ਚਾਹਲ ਜੀ ਆਉਣਾ ਕਿੱਥੋਂ ਆ, ਜਿਹੜਾ ਦੇਣਾ ਆ ਜੀ। ਆਲਰੇਡੀ ਸਾਡਾ ਖਜ਼ਾਨਾ ਖਾਲੀ ਆ। ਇਹ ਤਾਂ 5 ਸਾਲ ਦੇ ਕਰੀਬ ਹੋ ਚੱਲੇ ਆ ਗੌਰਮੈਂਟ ਨੂੰ ਰੌਲਾ ਪਾਉਂਦਿਆਂ ਨੂੰ। ਜਾਣੀ ਇਹਨਾਂ ਕੋਲ ਜਿਹੜੇ ਕੇਜਰੀਵਾਲ ਹੋਣਾ ਕੋਲ, ਇਹਨਾਂ ਦੀ ਪਾਰਟੀ ਕੋਲ ਉਹ ਪੈਸਾ ਕਿੱਥੋਂ ਹੋਣਾ, ਕੋਈ ਰੋਡ ਮੈਪ ਇਹਨਾਂ ਕੋਲ ਹੈ, ਉਹ ਕਿਸੇ ਨੂੰ ਵੀ ਦੱਸਣ ਨੂੰ ਇਹ ਲੋਕ ਤਿਆਰ ਨਹੀਂ। ਦੇਖੋ ਪੰਜਾਬ ਦੇ ਵਿੱਚ ਤਕਰੀਬਨ ਔਰਤਾਂ ਦੀ ਜੇ ਗਿਣਤੀ ਲਾਈਏ 18 ਸਾਲ ਤੋਂ ਉੱਪਰ ਜਿਹੜੀ ਆ ਉਹ ਮੰਨੀ ਜਾਂਦੀ ਆ ਵੀ 73 ਤੋਂ 75 ਲੱਖ ਜਿਹੜੀਆਂ ਔਰਤਾਂ ਆ ਪੰਜਾਬ ਦੇ ਵਿੱਚ। ਤੁਸੀਂ ਇਹ ਸੋਚ ਕੇ ਦੇਖੋ ਵੀ ਜੇ ਇੱਕ ਔਰਤ ਦੇ ਅਕਾਊਂਟ ਦੇ ਵਿੱਚ ਹਰ ਮਹੀਨੇ 1000 ਰੁਪਈਆ ਆਉਂਦਾ ਤਾਂ ਇਹਨਾਂ ਨੂੰ ਘੱਟੋ ਘੱਟ ਨਹੀਂ ਤਾਂ 8500 ਕਰੋੜ ਆ ਜਿਹੜਾ ਇੱਕ ਸਾਲ ਦਾ ਚਾਹੀਦਾ, ਸਿਰਫ ਇਹੀ ਪੈਸਾ। ਹੁਣ ਤੁਸੀਂ ਇਹ ਕਾਊਂਟ ਕਰੋ, ਇਹ ਸੋਚੋ ਵੀ ਜਿਹੜਾ 8500 ਕਰੋੜ ਆ ਉਹ ਸਿਰਫ ਇਸ ਕੰਮ ਲਈ ਚਾਹੀਦਾ। ਪੰਜਾਬ ਦਾ ਤਾਂ ਐਡਾ ਬਜਟ ਹੀ ਹੈ ਨਹੀਂ ਗਾ ਚਾਹਲ ਜੀ ਟੋਟਲ ਜੀ। ਸੋ ਇਹ 8500 ਕਰੋੜ ਹੈ ਜਿਹੜਾ ਆਉਣਾ ਕਿੱਥੋਂ ਆ ਜੀ। ਜਿਹੜਾ ਹੋਰ ਸਟਰਕਚਰ ਆ ਪੰਜਾਬ ਦਾ ਉਹਨੇ ਕਿੱਦਾਂ ਚੱਲਣਾ ਆ, ਪੰਜਾਬ ਨੂੰ ਹੋਰ ਰੈਵਨਿਊ ਕਿੱਥੋਂ ਆਉਣਾ ਆ ਵੀ ਜਿਹੜਾ ਉਹ ਇਹ ਪੈਸਾ ਲੋਕਾਂ ਨੂੰ ਵੰਡਣਗੇ। ਬਿਜਲੀ ਵੀ ਫ੍ਰੀ ਆ, ਪਾਣੀ ਵੀ ਫ੍ਰੀ ਆ। ਈਵਨ ਕੈਪਟਨ ਨੇ ਤਾਂ ਲਾਸਟ ਟਾਈਮ ਇਹ ਵੀ ਕਿਹਾ ਸੀ ਵੀ ਅਸੀਂ ਚਾਹ ਪੱਤੀ ਵੀ ਦਿਆ ਕਰਾਂਗੇ, ਅਸੀਂ ਦੁੱਧ ਵੀ ਦਿਆ ਕਰਾਂਗੇ, ਅਸੀਂ ਖੰਡ ਵੀ ਦਿਆ ਕਰਾਂਗੇ। ਇੱਥੋਂ ਤੱਕ ਦੇ ਜਾਣੀ ਇੱਥੋਂ ਤੱਕ ਦੇ ਜਿਹੜੇ ਲੋਲੀਪੌਪ ਆ ਉਹ ਲੋਕਾਂ ਨੂੰ ਦਿੱਤੇ ਗਏ। ਸੋ ਇਹ ਚਾਹਲ ਜੀ 3 ਲੱਖ ਕਰੋੜ ਦਾ ਆਲਰੇਡੀ ਪਹਿਲਾਂ ਹੀ ਪੰਜਾਬ ਕਰਜ਼ਾਈ ਆ। ਕਿਸੇ ਵੀ ਪਾਰਟੀ ਨੇ ਅੱਜ ਤੱਕ ਇਹ ਕਿਹਾ, ਇਹ ਦੱਸਿਆ ਪੰਜਾਬ ਦੇ ਲੋਕਾਂ ਨੂੰ ਵੀ ਇਹ ਕਰਜ਼ਾ ਜਿਹੜਾ ਆ ਚੜ੍ਹਿਆ ਕਿੱਦਾਂ ਤੇ ਇਹਨੂੰ ਲਾਉਣਾ ਕਿੱਦਾਂ ਆ। ਆਉਣ ਵਾਲੇ 10 ਸਾਲਾਂ ਬਾਅਦ ਵੀ ਜਿਹੜਾ ਬੱਚਾ ਘੱਟੋ ਘੱਟ ਪੈਦਾ ਹੋਊਗਾ ਪੰਜਾਬ ਦੇ ਵਿੱਚ ਤਾਂ ਉਹ ਵੀ ਕਰਜ਼ਾਈ ਹੈ ਚਾਹਲ ਜੀ। ਜਣੀ ਇਹੋ ਜਿਹੇ ਹਾਲਾਤ ਪੰਜਾਬ ਦੇ ਵਿੱਚ ਇਹਨਾਂ ਲੀਡਰਾਂ ਨੇ ਬਣਾਤੇ ਆ ਸਾਡੇ, ਤੇ ਸਾਨੂੰ ਬਣਾਤਾ ਇਹਨਾਂ ਨੇ ਮੰਗ ਖਾਣੇ। ਜਾਣੀ ਜੋ ਵੀ ਫ੍ਰੀ ਆ ਵੀ ਫ੍ਰੀ। ਇਹਨਾਂ ਨੇ ਤਾਂ ਚਾਹਲ ਜੀ ਹੌਲੀ ਹੌਲੀ ਤੁਸੀਂ ਇਹ ਦੇਖਿਓ ਵੀ ਜਾਣੀ ਇਹਨਾਂ ਨੇ ਤਾਂ ਇਹ ਕਿਹਾ ਕਰਨਾ ਆ ਵੀ ਅਸੀਂ ਕੋਟ ਪੈਂਟ ਸਮਾ ਕੇ ਦੇਵਾਂਗੇ ਤੇ ਉਹਦੇ ਨਾਲ ਜੁੱਤੀ ਫ੍ਰੀ। ਜਾਣੀ ਇਹੋ ਜਿਹੇ ਹਾਲਾਤ ਇਹਨਾਂ ਨੇ ਜਾਣੀ ਕਿ ਬਣਾ ਦੇਣੇ ਆ ਪੰਜਾਬ ਦੇ। ਆਪਾਂ ਪਹਿਲਾਂ ਹੀ ਗੱਲ ਕੀਤੀ ਆ ਵੀ ਪੰਜਾਬ ਦੇ ਲੋਕ ਕਿੱਥੇ ਲੰਗਰ ਲਾਉਣ ਲਈ ਮਸ਼ਹੂਰ ਨੇ ਕਿ ਕਿਸੇ ਤੇ ਵੀ ਆਫਤ ਆਉਂਦੀ ਆ, ਕਿਸੇ ਸਟੇਟ ਦੇ ਵਿੱਚ ਆਉਂਦੀ ਆ, ਕਿਸੇ ਕੰਟਰੀ ਦੇ ਵਿੱਚ ਆਉਂਦੀ ਆ ਤਾਂ ਇਹ ਪੰਜਾਬੀ ਲੋਕ ਆ ਜਿਹੜੇ ਉੱਥੇ ਪਹੁੰਚ ਜਾਂਦੇ ਨੇ ਲੋਕਾਂ ਦੀ ਮਦਦ ਕਰਨ। ਪਰ ਪੰਜਾਬ ਨੂੰ ਇਹਨਾਂ ਮੰਗ ਖਾਣੇ ਲੀਡਰਾਂ ਨੇ, ਇਹਨਾਂ ਨੇ ਬੇਸ਼ਰਮ ਲੀਡਰਾਂ ਨੇ ਅੱਜ ਕਿੱਥੇ ਖੜੇ ਕਰ ਦਿੱਤਾ। ਵਰਲਡ ਵਾਈਡ ਇਹ ਨਿਊਜ਼ ਜਾਂਦੀ ਆ ਸਾਡੀ ਵੀ ਇਹ ਲੋਕਾਂ ਨੂੰ ਅਸੀਂ ਤਾਂ ਸਭ ਕੁਝ ਫ੍ਰੀ ਦਿੰਦੇ ਹਾਂ। ਜਾਣੀ ਚਾਹ ਪੱਤੀ ਤੱਕ, ਮਿੱਠੇ ਤੱਕ, ਦੁੱਧ ਤੱਕ, ਯੂਨਿਟਾਂ ਤੱਕ, ਪਾਣੀ ਤੱਕ, ਜਾਣੀ ਹੋਰ ਅਸੀਂ ਕੀ ਦੇਵਾਂਗੇ। ਦੇਣਾ ਕਿਸੇ ਨੇ ਕੁਛ ਨਹੀਂ, ਇਹ ਸਿਰਫ ਲੋਲੀਪੌਪ ਆ। ਕਿਉਂਕਿ 2022 ਦੀਆਂ ਇਲੈਕਸ਼ਨਾਂ ਹੁਣ ਸਿਰ 'ਤੇ ਆ। ਇਹਨਾਂ ਲੋਕਾਂ ਨੇ ਸਾਨੂੰ ਕੁਛ ਨਹੀਂ ਦੇਣਾ, ਸਾਨੂੰ ਸੋਚਣਾ ਪੈਣਾ ਆ। ਪਹਿਲਾਂ ਤਾਂ ਲੋਕਾਂ ਨੂੰ ਇਹ ਸਵਾਲ ਜਵਾਬ ਕਰਨੇ ਚਾਹੀਦੇ ਵੀ ਜਿਹੜਾ 3 ਲੱਖ ਕਰੋੜ ਦਾ ਪੰਜਾਬ ਸਰ ਆਲਰੇਡੀ ਕਰਜ਼ਾ ਆ ਉਹ ਤੁਸੀਂ ਕਿੱਦਾਂ ਲਾਉਣਾ ਆ, ਉਹਦਾ ਕੋਈ ਰੋਡ ਮੈਪ ਹੈ ਜਿਹੜਾ ਉਹ ਸਾਨੂੰ ਦਿਓ ਜੀ। ਬਹੁਤ ਮਿਹਰਬਾਨੀ ਜੀ। ਪੰਜਾਬ ਦਾ ਟੈਕਸ ਜਿਹੜਾ ਆ
ਉਹ ਸਿੱਧੂ ਤਾਂ ਇਹ ਰੌਲਾ ਪਾ ਰਿਹਾ ਕਿ ਟੈਕਸ ਖਜ਼ਾਨਾ ਖਾਲੀ ਹੈ, ਲੇਕਿਨ ਜੋ ਪੰਜਾਬ ਦੇ ਮੁੱਖ ਮੰਤਰੀ ਆ ਚੰਨੀ ਸਾਹਿਬ ਜੀ, ਉਹ ਕਹਿੰਦੇ ਨੇ ਕਿ ਖਜ਼ਾਨੇ 'ਚ ਬਹੁਤ ਪੈਸਾ ਹੈ। ਇਹ ਪੰਜਾਬ ਦਾ ਟੈਕਸ ਚੋਰੀ ਹੋ ਰਿਹਾ ਆ ਤਾਂ ਖਜ਼ਾਨਾ ਭਰ ਨਹੀਂ ਰਿਹਾ। ਭਗਵੰਤ ਜੀ, ਕੀ ਖਬਰ ਆ ਤੁਹਾਡੇ ਕੋਲ? ਆਪਣੇ ਚਾਲ ਸਾਹਿਬ, ਗੱਲ ਜਿਹੜੀ ਸਭ ਤੋਂ ਮੇਨ ਜਿਹੜੀ ਗੱਲ ਤੁਸੀਂ ਵੀ ਆਪਣੇ ਕੁਲਵੰਤ ਨੇ ਕੀਤੀ ਆ, ਆਪਾਂ ਨੇ ਵੀ ਕੀਤੀ ਆ, ਉਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਵੀ ਜਿਹੜਾ ਐਕਚੁਅਲੀ ਸਰਕਾਰ ਨੂੰ ਜਿਹੜੀ ਇਨਕਮ ਹੁੰਦੀ ਆ ਉਹ ਟੈਕਸਾਂ ਤੋਂ ਹੁੰਦੀ ਆ ਜੀ। ਜਿਵੇਂ ਕਿ ਆਪਾਂ ਇੱਥੇ ਇੰਗਲੈਂਡ ਦੇ ਵਿੱਚ ਵੀ ਸਾਡੇ ਟੈਕਸ ਅਸੀਂ ਲਗਭਗ ਬਹੁਤੇ ਲੋਕਾਂ ਨੂੰ ਨਹੀਂ ਪਤਾ, ਅੱਗੇ ਵੀ ਗੱਲ ਕਰ ਚੁੱਕੇ ਹਾਂ, 50% ਤੋਂ ਉੱਤੇ ਤੁਹਾਡੀ ਇਨਕਮ ਦਾ ਜਿਹੜੀ ਤੁਹਾਡੀ ਤਨਖਾਹ ਆ ਉਹਦਾ ਡਾਇਰੈਕਟ ਇਨਡਾਇਰੈਕਟ 50% ਤੋਂ ਉੱਤੇ ਤੁਹਾਡਾ ਟੈਕਸਾਂ 'ਚ ਜਾਂਦਾ, ਜਿਹਦੇ ਨਾਲ ਸਰਕਾਰਾਂ ਚੱਲਦੀਆਂ। ਬੇਸ਼ੱਕ ਇੱਥੇ ਦੀ ਸਰਕਾਰਾਂ ਵੀ ਤੁਹਾਡੇ ਟੈਕਸ ਦੇ ਵਿੱਚੋਂ ਹੋਣ ਨਿਊਕਲੀਅਰ ਬੰਬ ਤੇ ਜਾਂ ਹੋਰ ਵੱਡੇ ਨਿਊਕਲੀਅਰ ਸਬਮਰੀਨ ਬਣਾਉਂਦੀਆਂ ਆ, ਤੇ ਤੁਹਾਡੇ ਜਿਹੜੇ ਜਿੱਦਾਂ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਤੁਹਾਡੀਆਂ ਜਿਹੜੀਆਂ ਓਲਡ ਕੇਅਰ ਹੋਮਸ ਨੇ ਉਹਨਾਂ ਉੱਤੇ ਕੱਟਸ ਲਾਉਂਦੀਆਂ। ਇਸ ਤਰ੍ਹਾਂ ਇੰਡੀਆ ਦੇ ਵਿੱਚ ਬਿਲਕੁਲ ਇਹੀ ਹੈਗਾ। ਉੱਥੇ ਜਿਹੜੀ ਇਨਕਮ, ਪਹਿਲਾਂ ਗੱਲ ਦਾ ਟੈਕਸ ਉੱਥੇ ਭਰਦੇ, ਇਹ 2 ਸਾਲ ਪਹਿਲਾਂ ਦੀ ਰਿਪੋਰਟ ਸੀਗੀ, 1% ਲੋਕ ਟੈਕਸ ਭਰਦੇ ਨੇ, ਤੇ ਜਿਹੜੇ ਉਹ ਭਰਦੇ ਨੇ ਉਹ ਕੌਣ ਨੇ? ਉਹ ਟੀਚਰ ਨੇ, ਜਿਹੜੇ EMPLOYEES ਗੌਰਮੈਂਟ ਦੇ EMPLOYEES ਉਹ ਵਿਚਾਰੇ ਭਰਦੇ ਨੇ, ਬਾਕੀ ਹੋਰ ਕੋਈ ਨਹੀਂ ਭਰਦਾ। ਉਹ ਜਿਹੜੀਆਂ ਵੱਡੀਆਂ ਕੰਪਨੀਆਂ, ਗੱਲ ਉੱਥੇ ਆਉਂਦੀ ਮੁੜ ਕੇ ਕਿ ਜਿਹੜਾ ਹੁਣ ਆਪਾਂ ਇਹ ਦੇਖ ਚੁੱਕੇ ਹਾਂ ਬਈ ਰਾਜਾ ਵੜਿੰਗ ਨੇ ਜਿਹੜੀ ਉਹ ਗੱਲ ਕੀਤੀ ਆ, ਇਹ ਨਾ ਸੋਚੋ ਕਿ ਅਸੀਂ ਕਾਂਗਰਸ ਸਪੋਰਟ ਕਰਦੇ ਕੋਈ ਹੋਰ ਆ, ਗੱਲ ਅਸੀਂ ਇਹ ਕਰਦੇ ਹਾਂ ਕਿ ਉਹਨਾਂ ਨੇ ਉਹਨਾਂ ਦੇ ਵਿੱਚੋਂ ਇੱਕ ਨੇ ਇਹ ਕਿਹਾ ਕਿ ਮੈਂ 1 ਕਰੋੜ ਹਰ ਰੋਜ਼ ਦਾ ਪੈਸਾ ਬਚਾ ਰਿਹਾ, ਜਿਹੜਾ 30 ਕਰੋੜ ਇੱਕ ਮਾਮੂਲੀ ਜੀ ਟਰਾਂਸਪੋਰਟ ਜਿਹੜੀ ਕੰਟਰੋਲ ਆ ਉਹਦੇ ਕਿੱਤੇ ਤੇ ਆ। ਤੇ ਜਿਹੜਾ ਉੱਥੇ ਇੰਨਾ ਹੋਰ ਅਦਾਰਾ, ਇੰਨਾ ਸਾਰਾ ਕੁਝ ਬੈਠਿਆ ਉੱਥੇ, ਜਿਵੇਂ ਆਪਾਂ ਸਮਝਦੇ ਹਾਂ ਕਿ ਜਿਹੜਾ ਅਲਕੋਹਲ ਦੇ ਉੱਤੇ ਹੈਗਾ, ਨਸ਼ੇ ਦੇ ਉੱਤੇ ਹੈਗਾ, ਜਿਹੜਾ ਠੇਕਿਆਂ ਦੇ ਉੱਤੇ ਜਿਹੜੇ ਟੈਕਸ ਹੈਗੇ ਆ, ਆਪਣੇ ਹੋਰ ਹਜ਼ਾਰਾਂ ਜਿਹੜੇ ਚੀਜ਼ਾਂ ਜਿਹਨਾਂ 'ਤੇ ਟੈਕਸ ਲੱਗਦੇ ਨਹੀਂ ਪਏ, ਜਾਂ ਜਿਹੜੇ ਸ਼ੌਪਕੀਪਰ ਜਿਹੜੇ ਬਿਜ਼ਨਸਮੈਨ ਆ ਉਹਨਾਂ ਦੇ ਉੱਤੇ ਕੋਈ ਟੈਕਸ ਕੋਈ ਕਲੈਕਟ ਹੋ ਰਿਹਾ, ਕੀ ਹੋ ਰਿਹਾ ਕਿਸੇ ਨੂੰ ਕੁਛ ਨਹੀਂ ਪਤਾ। ਚੁੰਗੀਆਂ ਦੇ ਉੱਤੇ ਜਾਂ ਹੋਰ ਉਹ ਜਿਹੜੇ ਸਭ ਤੋਂ ਵੱਡੀ ਇਨਕਮ ਹੋ ਸਕਦੀ ਸਰਕਾਰ ਨੂੰ, ਤੇ ਉਹ ਕਾਲ ਲੈ ਲਈ। ਜੈ ਗੁਰਦੇਵ, ਜੈ ਭੀਮ ਜੀ। ਹੈਲੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪਾਰਟ ਲੈਣਾ ਚਾਹੁੰਦਾ ਸਟੂਡੀਓ 'ਚ। ਨਹੀਂ, ਸਟੂਡੀਓ ਤੁਸੀਂ ਹੁਣ ਗੱਲ ਕਰਨੀ ਚਾਹੁੰਦੇ ਜਾਂ ਸਟੂਡੀਓ ਆਉਣਾ ਚਾਹੁੰਦੇ? ਨਹੀਂ, ਮੈਂ ਸਟੂਡੀਓ ਦੇ ਜਿਹੜੀ ਡਿਸਕਸ਼ਨ ਚੱਲਦੀ ਉਹ 'ਚ ਪਾਰਟ ਲੈਣਾ ਚਾਹੁੰਦਾ। ਹੁਣ ਗੱਲ ਕਰਨੀ ਚਾਹੁੰਦੇ? ਕਰੋ ਜੀ, ਕਰੋ। ਹਾਂਜੀ, ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਕੁਲਦੀਪ ਸਿੰਘ ਦਿਓਲ ਬੋਲਦਾ, ਮੈਂ ਤੁਹਾਡਾ ਪ੍ਰੋਗਰਾਮ ਦੇਖ ਰਿਹਾ ਜੀ ਦਿਓਲ ਜੀ। ਗੁੱਡ ਟੱਚ ਹੀ ਤੁਹਾਡਾ ਹੈਗਾ ਮਤਲਬ ਸਬਜੈਕਟ, ਪਰ ਇਹਦੇ ਵਿੱਚ ਮੈਂ ਤੁਹਾਨੂੰ ਇਹ ਦੱਸਣਾ ਜ਼ਰੂਰ ਚਾਹੁੰਦਾ ਜੀ ਵੀ ਜਿਹੜੀਆਂ ਵੀ ਸਰਕਾਰਾਂ ਬਣ ਚੁੱਕੀਆਂ ਜਾਂ ਬਣੀਆਂ ਆ, ਉਹਨਾਂ ਦੇ ਵਿੱਚ ਤੁਸੀਂ ਦੇਖੋ ਟੈਕਸ ਦੀ ਚੋਰੀ ਮਿਨਿਸਟਰ ਲੋਕਾਂ ਤੱਕ ਜਾਂ MP ਲੋਕਾਂ ਤੱਕ ਜਾਂ MLA ਤੱਕ ਜਾਂ CM ਤੱਕ ਕਿੰਨੀ ਆ। ਜੇ ਉਹਨਾਂ 'ਚ ਚੋਰੀ ਇੰਨੀ ਆ ਤਾਂ ਲੋਕਲ ਜਿਹੜੀ ਬਾਕੀ ਦੀ ਦੁਨੀਆ ਉਹਨੇ ਵੀ ਤਾਂ ਚੋਰੀ ਕਰਨੀ ਆ ਨਾ ਜੀ। ਇਸ ਕਰਕੇ ਇਹ ਐਗਜ਼ਾਮਪਲ ਉੱਤੇ ਤੋਂ ਸੈੱਟ ਹੁੰਦੀ ਆ। ਕਿੰਨੀਆਂ ਪੰਜਾਬ ਦੀਆਂ ਜਿਹੜੀਆਂ ਰੋਡਵੇਜ਼ ਦੀਆਂ ਬੱਸਾਂ ਖੁੱਡੇ ਲੈਣ ਲਾਈਆਂ ਸੀ ਬਾਦਲ ਸਰਕਾਰ ਨੇ, ਜੇ ਹੁਣ ਬਾਦਲ ਸਰਕਾਰ ਤੇ ਹੱਥ ਪਾਇਆ ਤਾਂ ਉਹਨੂੰ ED ਦੇ ਨਾਲ ਕੰਟੈਕਟ ਕਰਕੇ ਉਹਨੂੰ ਅੰਦਰ ਕਰਾਉਣਾ ਚਾਹੀਦਾ। ਇਹ ਡਰਦੇ ਕਿਉਂ ਉਹਨਾਂ ਨੂੰ ਅੰਦਰ ਕਰਾਉਣ ਤੋਂ? ਉਹਨੇ ਸਾਡੇ ਧਰਮ ਦੇ ਉੱਤੇ ਅਟੈਕ ਕਰਾਏ, ਧਰਮ ਦੇ ਉੱਤੇ ਸਾਡੇ ਬੰਦੇ ਮਰਵਾਏ ਬਰਗਾੜੀ ਕਾਂਡ ਦੇ ਵਿੱਚ, ਤੇ ਉਹਨਾਂ ਨੂੰ ਅੰਦਰ ਕਿਉਂ ਨਹੀਂ ਕਰਾਉਂਦੇ ਪਹਿਲਾਂ? ਮੇਰਾ ਇਸ ਪੁਆਇੰਟ ਤੇ ਹੈ ਵੀ ਟੈਕਸ ਦੀ ਮਿਸਮੈਨੇਜਮੈਂਟ ਹੋ ਰਹੀ ਆ। ਜਿਹੜੀ ਇਹੋ ਮਿਸਮੈਨੇਜਮੈਂਟ ਆ, ਇਹੋ ਤਕਰੀਬਨ ਲੋਕਾਂ ਦੇ ਵਜ਼ੀਫਿਆਂ ਤੱਕ ਵੀ, ਲੋਕਾਂ ਦੀਆਂ ਗ੍ਰਾਂਟਾਂ ਤੱਕ ਵੀ, ਇਹ ਹਰ ਪਾਸੇ ਢਿੱਡ ਭਰਦੀਆਂ ਮਿਡਲ ਕਲਾਸ ਜੀ। ਤੇ ਮੈਂ ਚਾਹੁੰਦਾ ਵੀ ਇਸ ਚੀਜ਼ ਨੂੰ ਥੋੜਾ ਜਿਹਾ ਕਲੈਰੀਫਾਈ ਕਰਕੇ ਤੇ ਤੁਸੀਂ ਇਹੋ ਮੈਸੇਜ ਪਿੱਛੇ ਪਹੁੰਚਾਓ ਵੀ ਜਿਹੜੇ ਤੁਸੀਂ ਪਿੰਜਰੇ ਲੋਕਾਂ ਲਈ ਤਿਆਰ ਕੀਤੇ ਹੋ ਨਾ, ਇਹ ਵੀ ਮਸ਼ੀਨਾਂ, ਇਹ ਬਾਕੀ ਸਾਰੀ ਦੁਨੀਆ ਬੇਵਕੂਫ ਆ ਜਿਹੜੇ ਪ੍ਰੋਪਰ ਬੋਰਡਿੰਗ ਕਾਰਡ ਮਤਲਬ ਵਰਤਦੇ ਆ ਵੋਟਾਂ ਲਈ। ਇਹ ਇੰਡੀਆ ਹੀ ਬਹੁਤ ਐਡਵਾਂਸ ਆ ਗਿਆ, ਸਮਾਰਟ ਸਿਟੀ ਬਣ ਗਿਆ, ਸਮਾਰਟ ਇਹ ਨਹੀਂ ਸਭ ਕੁਝ ਬਣਾਤਾ। ਇਸ ਵੇਲੇ ਜਿਹੜੀ ਇਨਸਾਨ ਦੀ ਕਦਰ ਹੈ ਨਾ, ਇੱਕ ਕੀੜੇ ਦੇ ਬਰਾਬਰ ਆ ਇਸ ਗਵਰਨਮੈਂਟਾਂ ਕੋਲ। ਜੀ, ਇਸ ਚੀਜ਼ ਤੇ ਡਿਸਕਸ ਕਰਕੇ ਇਹਨਾਂ ਦੀ ਮੈਸੇਜ ਪਹੁੰਚਾਓ ਜਰੀ। ਠੀਕ ਹੈ ਜੀ, ਬਹੁਤ ਮਿਹਰਬਾਨੀ, ਤੁਸੀਂ ਕਾਲ ਕੀਤੀ, ਥੈਂਕ ਯੂ ਵੈਰੀ ਮਚ। ਕੀ ਕਹੇ ਭਗਵੰਤ ਜੀ? ਹਾਂਜੀ, ਤੁਹਾਡੀ ਇੱਕੋ ਗੱਲ ਦਾ ਹੈਗਾ ਕਿ ਆਪਣੇ ਪੰਜਾਬੀ 'ਚ ਕਹਿੰਦੇ ਵੀ ਕੌਣ ਕਹੇ ਰਾਣੀ ਅੱਗਾ ਢੱਕ। ਜੀ। ਜਿਹੜੇ ਮਿਨਿਸਟਰ ਨੇ ਪੰਜਾਬ ਦੀਆਂ 2 ਵੱਡੀਆਂ ਫੈਮਲੀਆਂ, ਤੁਹਾਨੂੰ ਵੀ ਸਾਰਿਆਂ ਨੂੰ ਪਤਾ, ਬਾਦਲ ਤੇ ਅਮਰਿੰਦਰ ਸਿੰਘ, ਉਹਨਾਂ ਦੀ ਜਿਹੜੀ ਫੈਮਲੀਆਂ ਨੇ, ਇਹਦਾ ਅੱਧਾ ਪੰਜਾਬ ਇਹਨਾਂ ਨੇ ਦੱਬਿਆ ਇਕੱਲਿਆਂ ਨੇ।
ਤੇ ਇਹਨਾਂ ਨੂੰ ਇਹ ਆਪੇ ਮਿਨਿਸਟਰ ਬਣਦੇ ਨੇ, ਆਪੇ ਉਹ ਕੋਣ ਦੂਗਾ। ਚਲੋ ਗੱਲ ਆਪਾਂ ਮੁੜ ਕੇ ਆਉਂਦੇ ਹਾਂ ਕਿ ਜਿਹੜਾ 1 ਜਾਂ 2% ਟੈਕਸ ਕਲੈਕਟ ਹੁੰਦਾ ਉਸ ਨੂੰ ਵੀ ਇਹ ਲੋਕ ਇਸ ਤਰ੍ਹਾਂ ਜਿਹੜੇ ਆਪਸ ਦੇ ਵਿੱਚ, ਜਦੋਂ ਕਿ ਹੁਣ ਜਿਵੇਂ ਚੰਨੀ ਆਇਆ, ਉਹਨੇ ਚੰਗਾ ਕੀਤਾ ਸੀ ਕਿ ਮੈਨੂੰ ਕੋਈ ਐਡੇ ਸਿਕਿਉਰਿਟੀ ਸੈਨਾ ਦੀ ਲੋੜ ਨਹੀਂ ਹੈ ਮੇਰੇ ਨਾਲ, ਜਿਹੜਾ ਕਿ ਉਹਦਾ ਸ਼ਾਇਦ 3 ਕਰੋੜ ਕਹਿੰਦਾ ਡੇਲੀ ਦਾ ਕਰੀਬ ਉਹਨਾਂ ਦਾ, ਜੇ ਮੈਂ ਗਲਤ ਨਾ ਕੋਈ ਇਸ ਤਰ੍ਹਾਂ ਦਾ ਖਰਚਾ ਹੈਗਾ। ਤੇ ਜਿਹੜਾ ਟੈਕਸ ਆਉਂਦਾ ਲੋਕਾਂ ਦੀ ਖਰਚਣ ਦੀ ਬਜਾਏ ਉਹ ਟੈਕਸ ਇਹ ਲੋਕ ਆਪਣੇ ਆਪ 'ਤੇ ਖਰਚਦੇ ਨੇ, ਆਪਣੀ ਸਹੂਲਤਾਂ ਲਈ ਖਰਚਦੇ ਨੇ, ਤੇ ਜਿਸ ਕਰਕੇ ਲੋਕਾਂ ਦਾ ਹਾਲ ਇਹ ਆ। ਤੇ ਜਿਹੜਾ ਆਪਾਂ ਤੁਸੀਂ ਗੱਲ ਕੀਤੀ ਸੀ ਪਹਿਲਾਂ ਕੁਲਵੰਤ ਜੀ ਜਾਂ ਚਾਲ ਜੀ, ਵੀ ਅਸਲ ਦੇ ਵਿੱਚ ਉਹ ਲੋਕ ਉਹ ਜਿਹੜੀ ਉਹ ਹੁਣ ਬੜੇ ਪਲਾਨ ਨਾਲ ਚੱਲ ਰਹੇ ਨੇ ਕਿ ਤੁਹਾਨੂੰ ਚਾਹ ਪੱਤੀ ਦੇ ਦਿੱਤੀ, ਗੁੜ ਦੇ ਦਿੱਤਾ, ਚਾਹ ਬਣਾਓ, ਤੁਹਾਡੇ ਲਈ ਰਾਸ਼ਨ ਦੇ ਦਿੱਤਾ, ਆਟਾ ਫ੍ਰੀ ਕਰ ਦਿੱਤਾ। ਉਹ ਤੁਹਾਨੂੰ ਬਿਲਕੁਲ ਇਸ ਤਰ੍ਹਾਂ ਬਣਾਉਣਾ ਚਾਹੁੰਦੇ ਕਿ ਤੁਸੀਂ ਤੁਹਾਨੂੰ ਮਹਿਸੂਸ ਕਰੋ ਤੁਸੀਂ ਕਰਨ ਜੋਗੇ ਨਹੀਂ ਹੈਗੇ। ਮੈਂ ਉਸ ਨਾਲ ਤੁਹਾਡੀ ਗੱਲ ਉਹ ਜੋੜ ਲਵਾਂ ਜਿਹੜੀ ਵੀ ਕਿ ਅਸਲ ਦੇ ਵਿੱਚ ਹੁਣ ਕੀ ਹੈ ਆਪਣੇ ਪੰਜਾਬ ਦੇ ਵਿੱਚ, ਮੈਂ ਅੱਗੇ ਵੀ ਕਹਿ ਚੁੱਕਿਆ ਅਸੀਂ ਕਿਸੇ ਪਾਰਟੀ ਨਾਲ ਸੰਬੰਧਿਤ ਨਹੀਂ ਹੈਗੇ ਜਾਂ ਅਸੀਂ ਕੋਈ ਸਿਫਤ ਨਹੀਂ ਕਰਦੇ ਚੰਨੀ ਹੁਣਾਂ ਦੀ। ਤੇ ਅਸੀਂ ਇਹ ਗੱਲ ਕਰਨੀ ਚਾਹੁੰਦੇ ਕਿ ਹੁਣ ਪੰਜਾਬ ਦੇ ਵਿੱਚ ਇੱਕ ਆਮ ਗੱਲ ਚੱਲਦੀ ਹੈ ਕਿ ਚੰਨੀ ਤਾਂ ਸਧਾਰਨ ਆਦਮੀ ਜਿਹਦੇ ਨਾਲ ਦੇਖਦਾ ਹੱਥ ਮਿਲਾ ਲੈਂਦਾ, ਜਿਹਦੇ ਕੋਲ ਜਾ ਕੇ ਖੜ ਜਾਂਦਾ ਆ। ਉਹ ਮੇਰੇ ਵੀਰੋ, ਮੇਰੇ ਭਰਾਓ, ਕੀ ਇਹ 'ਚ ਕੀ ਮਾੜੀ ਕੀ ਗੱਲ ਆ? ਤੁਹਾਡੀ ਮਾਨਸਿਕਤਾ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਕਿ ਕੋਈ ਇੱਕ ਬੰਦਾ ਜਿਸ ਤਰ੍ਹਾਂ ਕਿ ਅਮਰਿੰਦਰ ਸਿੰਘ 450 ਪਹਾੜਾਂ 'ਚੋਂ ਨਹੀਂ ਉਤਰ ਕੇ ਆਇਆ, ਯਾਨੀ ਘੋੜੇ ਤੇ ਸਵਾਰ ਨੇ, ਜਾਂ ਜਿਹੜਾ ਬੰਦਾ ਮੁੱਛਾਂ ਨੂੰ ਬੜਾ ਦੇ ਕੇ ਰੱਖੇ ਤੇ ਹਮੇਸ਼ਾ ਜਿਹਦੇ ਨਾਲ ਲੱਠ ਮਾਰ ਨਾਲ ਹੋਣ। ਤੁਹਾਨੂੰ ਉਸ ਤਰ੍ਹਾਂ ਦੇ ਬੰਦੇ ਚਾਹੀਦੇ ਆ ਕਿ ਜਾਂ ਤੁਹਾਨੂੰ ਇਸ ਤਰ੍ਹਾਂ ਬੰਦਾ ਚਾਹੀਦਾ ਬਈ ਜਿਹੜਾ ਤੁਹਾਡੇ ਨਾਲ ਮਿਲਦਾ, ਤੁਹਾਡੀ ਗੱਲ ਸੁਣਦਾ, ਤੁਹਾਡੀਆਂ ਗੱਲਾਂ ਨੂੰ ਸੁਣਦਾ, ਸਮਝਦਾ। ਤੇ ਇਹ ਸਾਡੀ ਮਾਨਸਿਕਤਾ ਬਣ ਚੁੱਕੀ ਹੈ ਇਸ ਤਰ੍ਹਾਂ ਦੀ ਕਿ ਅਸੀਂ ਚਾਹੁੰਦੇ ਹਾਂ ਕਿ ਬੰਦਾ ਸਾਨੂੰ ਝਿੜਕੇ ਮਾਰਦਾ ਰਹੇ, ਸਾਨੂੰ ਡੰਡਾ ਦਿਖਾਉਂਦਾ ਰਹੇ, ਸਾਡੇ ਕੁੱਟ ਪੈਂਦੀ ਰਹੇ ਤੇ ਅਸੀਂ ਫਿਰ ਠੀਕ ਰਹਿੰਦੇ ਹਾਂ। ਤੇ ਜਿਸ ਤਰ੍ਹਾਂ ਪਾਸੇ ਨੂੰ ਆਪਣੇ, ਜਿਸ ਤਰ੍ਹਾਂ ਕਿ ਉਹਨੇ ਇੱਕ ਗੱਲ ਮੈਂ ਤੁਹਾਡੇ ਕੋਲੋਂ ਸੁਣੀ ਆ ਚਾਲ ਸਾਹਿਬ ਵੀ ਕਿ ਕਿਸੇ ਕਵੀਆਂ ਨੂੰ, ਆਰਟਿਸਟਾਂ ਨੂੰ ਅਸਲ ਦੇ ਵਿੱਚ ਸਨਮਾਨਿਤ ਕਰਨਾ ਇੱਕ ਬਹੁਤ ਵੱਡੀ ਚੀਜ਼ ਆ। ਜਿਹੜੇ ਆਰਟਿਸਟ ਨੇ ਇਹ ਸਾਡੇ ਮੁਲਕ ਦਾ, ਸਾਡੇ ਸੂਬਿਆਂ ਦਾ, ਸਾਡੇ ਸਮਾਜ ਦਾ ਸਰਮਾਇਆ ਹੁੰਦੇ ਨੇ। ਇਹਨਾਂ ਨੇ ਜਿਹੜੀਆਂ ਇੱਕ ਗੱਲ ਆਮ ਆਦਮੀ ਨਹੀਂ ਸੋਚਦਾ ਉਹ ਗੱਲ ਲੋਕਾਂ ਦੇ ਵਿੱਚ ਲੈ ਕੇ ਆਉਣੀ ਹੁੰਦੀ ਹੈ। ਤੇ ਉਹਨਾਂ ਨੇ ਬਹੁਤ ਵਧੀਆ ਕੀਤਾ ਕਿ ਜਿਹੜਾ ਉਹਨਾਂ ਨੇ ਪਾਤਰ ਨੂੰ ਜਾਂ ਉਹਨਾਂ ਨੂੰ ਸਨਮਾਨਿਤ ਕੀਤਾ, ਇੱਕ ਬਹੁਤ ਵਧੀਆ ਗੱਲ ਹੈ। ਤੇ ਉਸ ਤੋਂ ਉਹਨਾਂ ਦੀ ਸਦਭਾਵਨਾ ਦਾ ਵੀ ਕਈ ਵਾਰ ਇਹ ਪਤਾ ਲੱਗਦਾ ਕਿ ਉਹ ਇੱਕ ਚੰਗੇ ਇਨਸਾਨ ਹੋਣਗੇ। ਹਾਂ, ਜਿੱਦਾਂ ਅੱਗੇ ਕਰਦੇ ਹਾਂ ਫਿਰ ਮੁੜ ਕੇ ਉਹੀ ਗੱਲ ਹੈ ਕਿ ਪਰ ਉਹਨਾਂ ਦੇ ਪਿੱਛੇ ਇੱਕ ਸਿਸਟਮ ਹੈ, ਇੱਕ ਆਰਗੇਨਾਈਜੇਸ਼ਨ ਹੈ, ਜਿਨ੍ਹਾਂ ਦੀ ਉਹਨਾਂ ਦੀਆਂ ਜਿਹੜੀਆਂ ਤੜਾਵਾਂ ਨੇ ਉਹਨਾਂ ਦੇ ਹੱਥ 'ਚ ਨੇ, ਤੇ ਉਹ ਜੋ ਕੁਝ ਕਰਨਾ ਚਾਹੁਣਗੇ ਉਸ ਤਰ੍ਹਾਂ ਉਹ ਨਹੀਂ ਹੋਣ ਦੇਣਗੇ। ਹੁਣ ਮੈਂ ਨਾਲ ਹੀ ਥੋੜ੍ਹੀ ਜਿਹੀ ਰਿਲੇਟ ਕਰਦਾ ਤੁਹਾਡੀ ਗੱਲ ਦੇ ਨਾਲ ਭੁਵਨ ਜੀ ਵੀ ਦੇਖੋ ਜਿਹੜੀਆਂ ਇਹ ਲੋਲੀਪੌਪ ਦਿੰਦੇ ਨੇ ਇਹਨਾਂ ਟਾਈਮਾਂ ਦੇ ਵਿੱਚ ਆ ਕੇ ਕਿੱਦਾਂ ਹੁਣ ਰੀਸੈਂਟਲੀ ਜਿਹੜਾ ਆ ਬਾਦਲ ਨੇ, ਆਪਣੇ ਛੋਟੇ ਬਾਦਲ ਨੇ, ਸੁਖਬੀਰ ਬਾਦਲ ਨੇ ਇੱਕ ਬਿਆਨ ਦਿੱਤਾ ਵੀ ਅਸੀਂ 10,000 ਨੌਕਰੀ ਸਿਰਫ ਗਰਲਸ ਦੇ ਲਈ ਅਸੀਂ ਦੇਵਾਂਗੇ ਪੰਜਾਬ ਦੇ ਵਿੱਚ ਜੇ ਸਾਡੀ ਲੋਕ ਸਰਕਾਰ ਬਣਾਉਂਦੇ ਆ। ਤੁਸੀਂ ਇਹ ਸੋਚੋ ਵੀ ਜੇ 10,000 ਨੌਕਰੀ ਗਰਲਸ ਦੇ ਲਈ ਆ, ਉਹ ਵੀ ਪੁਲਿਸ ਦੇ ਵਿੱਚ ਜੀ। ਦੇਖੋ ਇਹੀ ਉਹ ਸਰਕਾਰ ਸੀ ਜਿਨ੍ਹਾਂ ਦੇ ਮੰਤਰੀਆਂ ਨੇ, ਜਿਨ੍ਹਾਂ ਦੇ ਸਰਪੰਚਾਂ ਨੇ ਪਿੰਡਾਂ ਦੇ ਵਿੱਚ ਜਦੋਂ ETT ਟੀਚਰ ਲੋਕ, ਉਹ ਕੁੜੀਆਂ, ਉਹ ਮੁੰਡੇ, ਉਹ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਤਾਂ ਉਹਨਾਂ ਦੀਆਂ ਗੁੱਤਾਂ ਪੱਟੀਆਂ, ਉਹਨਾਂ ਦੇ ਚਪੇੜਾਂ ਮਾਰੀਆਂ ਤੇ ਕੁਛ ਨਹੀਂ ਹੋਇਆ। ਜਾਣੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਫੇਰ ਲੋਕਾਂ ਨੂੰ ਜਾਣੀ ਭਰਮਾ ਕੇ ਤਾਂ ਨੌਕਰੀਆਂ ਦੇਣੀਆਂ। ਦੇਖੋ ਪੰਜਾਬ ਦੇ ਵਿੱਚ ਨੌਕਰੀਆਂ ਦਾ ਚਾਹਲ ਜੀ ਇਹ ਹਾਲ ਆ ਵੀ ਚਾਹੇ ਉਹ ਹੈਲਥ ਸਿਸਟਮ ਲਾ ਲਓ ਡਿਪਾਰਟਮੈਂਟ, ਉਹਦੇ ਵਿੱਚ ਅੱਧਿਓਂ ਜ਼ਿਆਦਾ ਅਸਾਮੀਆਂ ਖਾਲੀ ਪਈਆਂ। ਚਾਹੇ ਉਹ ਕਿਸੇ ਤੁਸੀਂ ਕਚਹਿਰੀਆਂ ਦੇ ਵਿੱਚ ਚਲ ਜਾਓ, ਨਾ ਉੱਥੇ ਕਾਨੂੰਗੋ ਮਿਲਦਾ, ਨਾ ਪਟਵਾਰੀ ਮਿਲਦਾ, ਨਾ ਤਹਿਸੀਲਦਾਰ ਮਿਲਦਾ, ਉਹ ਵੀ ਅਸਾਮੀਆਂ ਅੱਧਿਓਂ ਜ਼ਿਆਦਾ ਖਾਲੀਆਂ। ਇਸੇ ਤਰ੍ਹਾਂ ਤੁਸੀਂ ਚਾਹੇ ਬਿਜਲੀ ਮਹਿਕਮਾ ਲਾ ਲਓ, ਉਹਦੇ ਵਿੱਚ ਜੇ ਕਿਤੇ ਬਿਜਲੀ ਦਾ ਕੋਈ ਫਾਲਟ ਆਉਂਦਾ ਜਾਂ ਕਿੱਦਾਂ, ਤੁਸੀਂ ਉਹਨਾਂ ਨੂੰ ਫੋਨ ਕਰਦੇ ਹੋ, ਕਹਿੰਦੇ ਸਾਡੇ ਕੋਲ ਤਾਂ ਸਟਾਫ ਹੀ ਹੈ ਨਹੀਂਗਾ। ਇਸੇ ਤਰ੍ਹਾਂ ਤੁਸੀਂ ਪੋਸਟਲ ਡਿਪਾਰਟਮੈਂਟ ਦੇ ਵਿੱਚ ਦੇਖ ਲਓ, ਜਿਹੜੇ ਮਰਜ਼ੀ ਡਿਪਾਰਟਮੈਂਟ ਨੂੰ ਚੱਕ ਕੇ ਦੇਖ ਲਓ, ਇੱਥੋਂ ਤੱਕ ਕਿ IPS ਅਫਸਰ, IAS ਜਿਹੜੇ ਹੈਗੇ ਆ ਉਹ ਵੀ ਜਾਣੀ ਕਿ ਉਹਨਾਂ ਦੇ ਵੀ ਜਾਣੀ ਕਿ ਛਿੱਲ ਲਾਈ ਜਾਂਦੀ ਆ। ਉਹਨਾਂ ਨੂੰ ਵੀ 3-3 ਜਿਹੜੀਆਂ ਮਤਲਬ ਜਿਹੜੇ ਡਿਸਟ੍ਰਿਕਟ ਆ ਉਹ ਸੰਭਾਲੇ ਜਾਂਦੇ ਆ ਵੀ ਤੁਸੀਂ ਇੱਥੇ ਵੀ ਸਾਂਭੋ, ਇੱਥੇ ਵੀ ਸਾਂਭੋ, ਇੱਥੇ ਵੀ ਸਾਂਭੋ। ਜਾਣੀ ਇਹੋ ਜਿਹੇ ਹਾਲਾਤ ਆ ਜਿਹੜੇ ਇੰਪਲੋਇਮੈਂਟ ਦੇ ਦੇਖੋ ਪੰਜਾਬ ਦੇ ਵਿੱਚ ਇਹ ਕੀਤੇ ਪਏ ਨੇ ਇਹਨਾਂ ਨੇ। ਤੇ ਦੂਸਰੇ ਪਾਸੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਕਿਉਂ ਚੇਤਾ ਆ ਜਾਂਦਾ ਕਿ ਅਸੀਂ 10,000 ਆਹ ਨੌਕਰੀ ਦੇਵਾਂਗੇ, ਅਸੀਂ 1 ਲੱਖ ਨੌਕਰੀ ਇਹ ਦੇਵਾਂਗੇ, 5,000 ਨੌਕਰੀ ਇਹ ਦੇਵਾਂਗੇ। ਕਿਸੇ ਨੂੰ ਇਹਨਾਂ ਨੇ ਨੌਕਰੀ ਦੇਣੀ ਤਾਂ ਹੈ ਹੀ ਨਹੀਂ, ਕਿਉਂਕਿ ਖਜ਼ਾਨੇ ਦੇ ਵਿੱਚ ਜਦੋਂ ਪੈਸਾ ਹੀ ਹੈ ਨਹੀਂ, ਰੈਵਨਿਊ ਹੀ ਹੈ ਨਹੀਂ, ਲੁੱਟ ਕੇ ਤਾਂ ਇਹ ਆਪ ਖਾ ਰਹੇ ਨੇ ਪੰਜਾਬ ਨੂੰ। ਉਹ ਚਾਹੇ ਚਾਹਲ ਜੀ ਰੇਤਾ ਬਜਰੀ ਦੀ ਗੱਲ ਹੋਵੇ, 500 ਰੁਪਏ ਟਰਾਲੀ ਆਪਾਂ ਗੱਲ ਕਰਦੇ ਆ ਵੀ ਅੱਜ ਕਰ ਦਿੱਤੀ ਆ, ਪਰ ਉਹ ਕਿਹਨੂੰ ਮਿਲਣ ਲੱਗ ਗਈ ਆ? ਕੀ ਉਹ ਵਰਕਆਊਟ ਸਹੀ ਹੁੰਦੀ ਹੈਗੀ ਆ? ਹੋ ਹੀ ਨਹੀਂ ਸਕਦੀ। ਤੁਸੀਂ ਟਰਾਂਸਪੋਰਟ ਦਾ ਖਰਚਾ ਹੀ ਲਾ ਲਓ, 500 ਰੁਪਏ ਦੀ ਕੀ ਉਹ ਪੁੱਗ ਸਕਦੀ ਆ ਟਰਾਲੀ? ਜਾਣੀ ਇਹ ਨੌਨਸੈਂਸ ਗੱਲਾਂ ਆ।
ਇਹਨਾਂ ਦੇ ਵਿੱਚ ਕੋਈ ਕੇਬਲ ਟੀਵੀ 100 ਰੁਪਏ ਦੀ ਗੱਲ ਕੀਤੀ ਹੈ, ਲੇਕਿਨ ਕੇਬਲ ਟੀਵੀ 130 ਚ ਤਾਂ ਉਵੇਂ ਹੀ ਤੁਰਦਾ, ਗਵਰਨਮੈਂਟ ਵੱਲੋਂ ਤੁਰਦਾ। ਜਾਣੀ ਉਹੀ ਤਾਂ ਦੱਸਦੇ ਆਪਾਂ, ਉਹੀ ਗੱਲ ਕਰਦੇ ਆ ਵੀ ਇਹ ਵਰਕਆਊਟ ਹੁੰਦਾ ਹੈ, ਹੋ ਹੀ ਨਹੀਂ ਸਕਦਾ। ਜਿਹੜਾ ਕਿ ਸਿਰਫ ਸ਼ੋਸ਼ੇ ਛੱਡੇ ਜਾਂਦੇ ਆ ਬਿਨਾਂ ਮਤਲਬ ਤੋਂ, ਬਿਨਾਂ ਲੋੜ ਤੋਂ, ਉਹ ਲੋਕਾਂ ਨੂੰ ਭਰਮਾਉਣ ਲਈ ਸਿਰਫ ਸਟੇਜਾਂ ਤੇ ਨਾ ਲੱਛੇਦਾਰ ਭਾਸ਼ਣ ਦੇਣੇ ਹੁੰਦੇ ਆ, ਜਿਹੜੇ ਕਿ ਆਲਰੇਡੀ ਦਿੰਦੇ ਨੇ। ਕੁਲਵੰਤ ਜੀ, ਇੱਕ ਸਵਾਲ ਹੋਰ ਆਉਂਦਾ ਇੱਥੇ ਬਈ ਇੰਗਲੈਂਡ ਦੇ ਵਿੱਚ ਜਦੋਂ ਤੁਸੀਂ ਬੱਸਾਂ ਦੇਖਦੇ ਆ, ਕੋਈ 2 ਬੰਦੇ ਹੁੰਦੇ, ਕਈ ਵਾਰੀ ਖਾਲੀ ਤੁਰੀ ਹੁੰਦੀ ਹੈ, ਕੋਈ 4, ਕੋਈ 10 ਜਾਂ 5 ਵਜੇ ਬੱਸਾਂ ਭਰਦੀਆਂ, ਜਾਂ ਮਾਰਨਿੰਗ 9 ਵਜੇ। ਇੰਡੀਆ 'ਚ ਬੱਸਾਂ ਦੇਖੋ ਭਰੀਆਂ ਹੀ ਜਾਂਦੀਆਂ ਹੁੰਦੀਆਂ ਤੇ ਭਰੀਆਂ ਹੀ ਆਉਂਦੀਆਂ, ਉੱਪਰ ਵੀ ਬੈਠੇ ਹੁੰਦੇ ਲੋਕ। ਉਹਨਾਂ ਦਾ ਬਜਟ ਫੇਰ ਵੀ ਘੱਟ ਹੀ ਹੁੰਦਾ, ਇੱਥੇ ਫੇਰ ਵੀ ਵਾਧੇ 'ਚ ਹੁੰਦਾ। ਇਹ ਕੀ ਕਾਰਨ ਹੋਣਗੇ? ਦੇਖੋ, ਇਹ ਮਿਸਮੈਨੇਜਮੈਂਟ ਆ, ਇਹ ਸਹੀ ਤਰੀਕਾ ਨਹੀਂ। ਇੱਥੇ ਦੀ ਗੱਲ ਜਿੱਦਾਂ ਤੁਸੀਂ ਕਰਦੇ ਆ, ਇੱਥੇ ਤਾਂ ਆਪਾਂ ਇਹ ਦੇਖ ਲਓ ਵੀ ਬੱਸ ਸਟਾਪਾਂ 'ਤੇ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਬੱਸਾਂ ਖਾਲੀ, ਜਿੱਦਾਂ ਤੁਸੀਂ ਗੱਲ ਕਰਦੇ ਆ ਵੀ ਖਾਲੀ ਜਾਂਦੀਆਂ ਹੁੰਦੀਆਂ, 1 ਜਾਂ 2 ਜਾਂ 4 ਸਵਾਰੀਆਂ ਹੁੰਦੀਆਂ, ਬਾਕੀ ਸੀਟਾਂ ਖਾਲੀ ਹੁੰਦੀਆਂ। ਦੇਖੋ, ਜਿਹੜੀਆਂ ਇੱਥੇ ਬੱਸਾਂ ਆ, ਬੱਸਾਂ ਦਾ ਸਰਵੇ ਵੀ ਹੁੰਦਾ ਆ ਵੀ ਕਿਹੜੇ ਰੂਟ 'ਤੇ ਕਿੰਨੀ ਸਾਨੂੰ ਸਵਾਰੀ ਪੈਂਦੀ ਆ, ਉਹ ਕਿਹੜੇ ਰੂਟ 'ਤੇ ਕਿੰਨਾ ਟਾਈਮ ਚਾਹੀਦਾ, ਕਿੰਨੇ ਟਾਈਮ ਦੇ ਬਾਅਦ ਬੱਸ ਚੱਲਣੀ ਚਾਹੀਦੀ ਹੈ, ਕਿੱਦਾਂ ਲੋਕ ਜਿਹੜੇ ਆ ਉਹ ਬਾਹਰ ਆਪਣੀਆਂ ਜੋਬਾਂ 'ਤੇ ਜਾਂਦੇ ਨੇ, ਇਹ ਸਰਵੇ ਕਰਦੇ ਨੇ ਨਾਲੋਂ ਨਾਲ। ਪਰ ਜਿਹੜਾ ਇੰਡੀਆ ਦੀ ਗੱਲ ਆਪਾਂ ਪੰਜਾਬ ਦੀ ਜੇ ਕਰੀਏ, ਉੱਥੇ ਸਾਰਾ ਕੁਝ ਜਿਹੜਾ ਆ ਉਹ ਪ੍ਰਾਈਵੇਟ ਨੂੰ ਤਾਂ ਸਾਰਾ ਕੁਝ ਛੱਡ ਦਿੱਤਾ। ਜੇ ਇੱਕ ਪਰਮਿਟ 'ਤੇ ਚਾਹਲ ਜੀ 4 ਬੱਸਾਂ ਚੱਲਣਗੀਆਂ ਤਾਂ ਤੁਸੀਂ ਆਪੇ ਹੀ ਹਾਲਾਤ ਦੇਖ ਸਕਦੇ ਆ ਵੀ ਉਹ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਿੰਨੀ ਹੁੰਦੀ ਹੋਊਗੀ। ਇੱਕ ਨੰਬਰ 'ਤੇ 4 ਬੱਸਾਂ ਚੱਲਦੀਆਂ। ਜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ 7000 ਤੋਂ ਜ਼ਿਆਦਾ ਬੱਸ ਜਿਹੜੀ ਆ ਪ੍ਰਾਈਵੇਟ ਬੱਸ ਆ, ਉਹ ਕਿਹਨਾਂ ਦੀ ਆ? ਉਹ ਸਾਰੀਆਂ ਹੀ ਕੰਪਨੀਆਂ ਦੇ ਨਾਮ ਚੇਂਜ ਨੇ, ਪਰ ਉਹ ਹੈ ਕਿ ਇਹਨਾਂ ਦੀਆਂ ਉਹ ਬਾਦਲਾਂ ਦੀਆਂ ਜਾਂ ਵੱਡੇ ਜਿਹੜੇ ਸੁਰਖਰੂ ਜਿਹੜੇ ਲੋਕ ਆ, ਜਿਹੜੇ MP MLA ਆ, ਇਹਨਾਂ ਲੋਕਾਂ ਦੀਆਂ ਉਹ ਬੱਸਾਂ ਨੇ। ਫਿਰ ਉਹਨਾਂ ਦੇ ਵਿੱਚ ਧੱਕਾ ਜਿਹੜਾ ਹੁੰਦਾ ਆ, ਕਿੱਦਾਂ ਉਹ ਦਰੜ ਕਰਦੀਆਂ, ਲੋਕਾਂ ਨੂੰ ਲੰਘਦੀਆਂ, ਅਸੀਂ ਸਭ ਕੁਝ ਦੇਖਦੇ ਹਾਂ। ਇੱਥੇ ਰੱਖਿਓ ਗੱਲ ਜੀ, ਆਪਾਂ ਕਾਲ ਲੈ ਜਾ ਗੁਰਦੇ ਜਾ ਭੀਮ ਜੀ। ਹੈਲੋ ਜੀ। ਹੈਲੋ ਜੀ, ਭਗਵੰਤ ਜੀ। ਹਾਂਜੀ। ਮੈਂ ਭਗਵੰਤ ਲਵਿੰਗਟਨ ਤੋਂ ਬੋਲਦਾ। ਅੱਛਾ ਜੀ। ਹਾਂਜੀ ਜੀ, ਆਇਆਂ ਨੂੰ ਜੀ। ਤੁਹਾਡੀ ਸੀਪ ਲੱਗ ਗਈ ਜੀ। ਮੈਂ ਤਾਂ ਜਿਹੜਾ ਤੁਹਾਡਾ ਟੌਪਿਕ ਚੱਲ ਰਿਹਾ, ਮੈਂ ਤਾਂ ਉਹਦੇ ਵਿੱਚ ਇਹ ਕਹਿਣਾ ਚਾਹੁੰਦਾ ਸੀ ਵੀ ਜਿਹੜਾ ਸਭ ਕੁਝ ਜਿਹੜਾ ਪੌੜੇ ਦੀ ਜੜ੍ਹ ਵਾ, ਇਹ ਪ੍ਰਾਈਵੇਟੇਸ਼ਨ ਵਾ। ਜਦੋਂ ਪ੍ਰਾਈਵੇਟੇਸ਼ਨ ਜਿਹੜੀ ਬੰਦ ਹੋ ਜਾਵੇ, ਕਿਉਂਕਿ ਸਾਡੇ ਗਰੀਬ ਮੁਲਕਾਂ ਦੇ ਵਿੱਚ ਜਿਹੜੀ ਪ੍ਰਾਈਵੇਟੇਸ਼ਨ ਵਾ ਉਹ ਚੱਲਣੀ ਬਹੁਤ ਮੁਸ਼ਕਿਲ ਵਾ। ਕਿਉਂਕਿ ਚੰਦ ਕੁ ਲੋਕ ਜਿਹੜੇ ਆ ਉਹ ਜਿੰਨਾ ਵੀ ਪ੍ਰੋਫਿਟ ਆ, ਐਜੂਕੇਸ਼ਨ ਦਾ ਦੇਖ ਲਓ, ਹਸਪੀਟਲ ਦਾ ਦੇਖ ਲਓ, ਹੋਰ ਆ, ਕੇਬਲ ਮਾਫੀਆ ਰੇਟ, ਜਿੰਨਾ ਵੀ ਉਹ ਪ੍ਰਾਈਵੇਟ ਹਿੱਸਾਂ ਦੇ ਵਿੱਚ ਹੈਗਾ ਸਭ ਕੁਝ, ਉਹ ਪ੍ਰੋਫਿਟ ਉਹ ਲੋਕ ਖਾਈ ਜਾਂਦੇ ਆ। ਜੇ ਹਰ ਚੀਜ਼ ਜਿਹੜੀ ਆ ਗੌਰਮੈਂਟ ਦੇ ਥੱਲੇ ਹੋਊਗੀ ਤਾਂ ਗੌਰਮੈਂਟ ਦੇ ਕੋਲ ਸਾਰਾ ਜਿਹੜਾ ਪ੍ਰੋਫਿਟ ਗੌਰਮੈਂਟ ਦੇ ਖਜ਼ਾਨੇ ਦੇ ਵਿੱਚ ਜਾਊਗਾ, ਤਾਂ ਗੌਰਮੈਂਟ ਫਿਰ ਲੋਕਾਂ ਦੇ ਉੱਤੇ ਉਹ ਜਿਹੜਾ ਪੈਸਾ ਖਰਚ ਕੇ ਤਾਂ ਉੱਥੇ ਦਾ ਜਿਹੜਾ ਸੁਧਾਰ ਹੋ ਸਕਦਾ। ਨਹੀਂ ਤਾਂ ਨਹੀਂ। ਇਹ ਅਗਰ ਜੇ ਪ੍ਰਾਈਵੇਟੇਸ਼ਨ ਰਹੂਗੀ ਤਾਂ ਇਹ ਜਿਹੜੇ ਲੋਕ ਆ, ਇਹ ਪ੍ਰੋਫਿਟ ਚੰਦ ਕੱਥਾਂ ਦੇ ਵਿੱਚ ਹੀ ਜਾਂਦਾ ਰਹੂਗਾ, ਇਹ ਕਦੇ ਸੁਧਾਰ ਨਹੀਂ ਹੋਣਾ। ਮੈਂ ਤਾਂ ਇੰਨਾ ਕਹਿਣਾ ਚਾਹੁੰਦਾ। ਤੁਹਾਡੇ ਇਹਦੇ ਬਾਰੇ ਵਿਚਾਰ ਕੀ ਹੈ? ਹਾਂ ਭਗਵਾਨ ਜੀ, ਤੁਹਾਡੇ ਵੱਲ ਵੀ ਆਉਂਦਾ, ਪਰ ਮੈਨੂੰ ਗੱਲ ਜੇ ਤੱਥਾਂ ਦੇ ਆਧਾਰ 'ਤੇ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਇੱਕ ਸਿਵਲ ਹਸਪੀਟਲ ਹੈ। ਸਿਵਲ ਹਸਪੀਟਲ ਦੇ ਵਿੱਚ ਮੇਰੇ ਫਾਦਰ ਨੂੰ ਦਾਖਲ ਕਰਨਾ ਸੀ, ਉਹਨਾਂ ਨੂੰ TB ਸੀ, ਘਰ 'ਚ ਪੈਸੇ ਨਹੀਂ ਸੀ, ਸਿਫਾਰਸ਼ਾਂ ਹਜ਼ਾਰਾਂ ਤਰ੍ਹਾਂ ਦੀਆਂ ਸਿਫਾਰਸ਼ਾਂ ਪਾ ਕੇ ਉਹਨਾਂ ਨੂੰ ਉੱਥੇ ਦਾਖਲ ਕਰਾਇਆ ਗਿਆ। ਅਤੇ ਦਾਖਲ ਕਰਾਉਣ ਤੋਂ ਬਾਅਦ ਜਦੋਂ ਠੀਕ ਹੋਏ ਆ, ਇੱਕ ਤਾਂ ਕੰਮ ਹੀ ਉੱਥੇ ਬਹੁਤ ਨਿਕੰਮਾ ਸੀ ਸਿਵਲ ਹਸਪੀਟਲ ਦਾ। ਜਦੋਂ ਠੀਕ ਹੋਏ ਆ, ਉਹ ਘਰ ਆ ਗਏ। ਜਿਨ੍ਹਾਂ ਨੇ ਦਾਖਲ ਕਰਾਇਆ ਸੀ, ਕਿਹਾ ਸੀ, ਉਹਨਾਂ ਨੇ ਕਿਤੇ ਡਾਕਟਰ ਨੂੰ ਦੱਸ ਦਿੱਤਾ ਵੀ ਇਹਨਾਂ ਦੀ ਇੰਗਲੈਂਡ ਦੇ ਵਿੱਚ ਫੈਮਲੀਆਂ ਬਹੁਤ ਗਈਆਂ। ਤਾਂ ਉਹ ਡਾਕਟਰ ਨੇ ਆਪਣਾ ਕੋਈ ਬੰਦਾ ਭੇਜ ਦਿੱਤਾ ਵੀ ਜਾਓ ਇਹਨਾਂ ਦੇ ਘਰ। ਜਦੋਂ ਨਹੀਂ ਕੋਈ ਗੱਲ ਬਣੀ, ਉਹ ਕਹਿੰਦਾ ਵੀ ਕੋਈ ਸੂਟ ਸਾਟ ਹੀ ਦੇ ਦਿਓ, ਬਲੈਕ 'ਚੋਂ ਆਏ ਹੁੰਦੇ ਆ। ਇਹ ਹੈਗਾ ਸਰਕਾਰੀ। ਔਰ ਬਾਕੀ ਤੁਸੀਂ ਪ੍ਰਾਈਵੇਟ ਇੰਨੇ ਹਸਪੀਟਲ ਦੇਖ ਲਓ ਕਿੰਨੇ ਖੁੱਲ੍ਹੇ ਆ, ਉਹਨਾਂ ਦੇ ਬਾਰੇ। ਤਾਂ ਪਲੱਸ ਮੈਂ ਇੱਕ ਹੋਰ ਗੱਲ ਕਰਦਾ ਜਾਵਾਂ, ਹੋ ਸਕਦਾ ਭਗਵਾਨ ਜੀ ਇਸ ਗੱਲ ਨੂੰ ਮੇਰੀ ਨਾਲ ਐਗਰੀ ਨਹੀਂ ਹੋਣਗੇ। ਜਿੰਨੇ ਵੀ ਪ੍ਰਾਈਵੇਟ ਬਿਜਲੀ ਜਦੋਂ ਦੀ ਹੋਈ ਆ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਖਾਸ ਕਰਕੇ, ਉਦੋਂ ਤੋਂ ਬਿਜਲੀ ਇੰਨੇ ਵੱਡੇ ਪੱਧਰ 'ਤੇ ਮਿਲ ਰਹੀ ਆਮ ਲੋਕਾਂ ਨੂੰ। ਜਦੋਂ ਸਰਕਾਰੀ ਸੀ, ਨਾ ਤਾਂ ਉਹ ਠੀਕ ਕਰਨ ਆਉਂਦੇ ਸੀ ਅਤੇ ਨਾ ਕਦੀ ਉਹ ਤਾਰਾਂ ਬਦਲਣ ਆਉਂਦੇ ਸੀ। ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ, ਲੇਕਿਨ ਉਹ ਕਰਨ ਤੋਂ ਪਹਿਲਾਂ ਅਸੀਂ ਭਗਵੰਤ ਜੀ ਵੱਲ ਜਾਂਦੇ, ਕਿਉਂਕਿ ਭਗਵੰਤ ਜੀ ਨੂੰ ਸਵਾਲ ਸੀ। ਜੀ ਭਗਵੰਤ ਜੀ। ਹਾਂਜੀ, ਔਲਖ ਸਾਹਿਬ, ਤੁਹਾਡਾ ਬਹੁਤ ਧੰਨਵਾਦ ਫੋਨ ਕਰਨ ਦਾ। ਜਿਹੜੀ ਤੁਹਾਡੀ ਗੱਲ ਨਾਲ ਅਸੀਂ ਬਿਲਕੁਲ 100% ਅਸੀਂ ਸਹਿਮਤ ਹੈਗੇ ਹਾਂ ਵੀ ਅਸੀਂ ਹਮੇਸ਼ਾ ਇਹ ਗੱਲ ਦੀ ਜਿਹੜੀ ਅਸੀਂ
ਗੁਰੂ ਨਾਨਕ ਦੇਵ ਦੀ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ, ਉਹ ਮਤਲਬ ਕਿ ਜਿਹੜੀ ਸਰਕਾਰੀ ਹਰੇਕ ਚੀਜ਼ ਸਰਕਾਰ ਦੀ ਹੋਣੀ ਚਾਹੀਦੀ ਆ। ਇਹ ਸਾਡਾ ਵਿਸ਼ਵਾਸ ਹੈ। ਇੰਗਲੈਂਡ ਦੇ ਵਿੱਚ ਹੁਣ ਮੈਨੂੰ ਪਿਛਲੇ 45 ਸਾਲਾਂ ਦਾ ਐਕਸਪੀਰੀਅੰਸ ਜਿਹੜਾ ਦੇਖਿਆ ਕਿ ਆਪਾਂ ਇੱਥੇ ਦੇ ਚੁੱਕੇ ਹਾਂ। ਰੇਲਵੇ ਤੇ ਪ੍ਰਾਈਵੇਟ ਸੀ, ਸਰਕਾਰੀ ਸੀ, ਪਾਣੀ ਸਰਕਾਰੀ ਸੀ, ਗੈਸ ਸਰਕਾਰੀ ਸੀ, ਤੇ ਜਿੰਨਾ ਕੁਝ ਵੀ ਸਰਕਾਰੀ ਸੀਗਾ ਤਾਂ ਅਸੀਂ ਲੋਕ ਬਹੁਤ ਜ਼ਿੰਦਗੀ ਸਾਡੀ ਵਧੀਆ ਸੀਗੀ। ਤੇ ਅੱਜ ਜਦੋਂ ਦੀ ਇਹਨਾਂ ਨੇ ਇਹ ਪ੍ਰਾਈਵੇਟ ਹੱਥਾਂ ਦੇ ਵਿੱਚ ਆਈ ਆ, ਉਸ ਤੋਂ ਮਗਰੋਂ ਲੋਕ ਅਸਲ ਦੇ ਵਿੱਚ ਜਿਹੜੀ ਸਰਕਾਰ ਦਾ ਜਿਹੜਾ ਕੰਮ ਹੈ ਜਾਂ ਉਹ ਕੰਮ ਹੁੰਦਾ ਸਾਡਾ ਆਪ ਉਸ ਨੂੰ ਲੁੱਕ ਆਫਟਰ ਕਰਨਾ। ਜਿਹੜੀ ਪ੍ਰਾਈਵੇਟ ਕੰਪਨੀਆਂ ਉਹ ਉਹਨਾਂ ਦਾ ਜਿਹੜਾ ਮੇਨ ਮੁੱਦਾ ਹੁੰਦਾ, ਜਿਹੜਾ ਉਹਨਾਂ ਦਾ ਮੇਨ ਮਕਸਦ ਹੁੰਦਾ, ਉਹ ਪ੍ਰੋਫਿਟ ਬਣਾਉਣਾ ਹੁੰਦਾ, ਲੋਕ ਸੇਵਾ ਨਹੀਂ ਹੁੰਦੀ। ਜਿਹੜਾ ਸਰਕਾਰ ਦਾ ਕੰਮ ਹੁੰਦਾ ਉਹ ਲੋਕ ਸੇਵਾ ਹੁੰਦੀ ਆ। ਜਿੱਦਾਂ ਆਪਾਂ ਗੱਲ ਕੀਤੀ ਹੈ ਚਾਲ ਸਾਹਿਬ ਵੀ ਇੱਥੇ ਰੇਲਵੇ ਲਾਈਨਸ ਇੱਥੇ ਕੀਤੀਆਂ, ਇੱਥੇ ਰੇਲਵੇ ਜਿਹੜਾ ਨਾ ਨਾਰਥ ਦੇ ਵਿੱਚ ਉਹਨਾਂ ਨੇ ਪ੍ਰਾਈਵੇਟ ਕੀਤਾ ਸੀਗਾ, ਉਹਨੂੰ ਪ੍ਰਾਈਵੇਟ ਵੀ ਕੀਤਾ, ਉਸਨੂੰ ਸਬਸਿਡੀ ਵੀ ਦਿੱਤੀ, ਉਹ ਫੇਰ ਨਹੀਂ ਚੱਲਿਆ। ਤੇ ਤੁਹਾਨੂੰ ਪਤਾ ਹੋਗਾ ਪੇਪਰਾਂ ਦੇ ਵਿੱਚ ਆ ਉਹਨਾਂ ਨੇ ਹੁਣ ਪਿਛਲੇ ਮਹੀਨੇ ਉਹਨਾਂ ਨੇ ਮੁੜ ਕੇ ਫੇਰ ਉਸ ਨੂੰ ਸਰਕਾਰ ਨੇ ਥੱਲੇ ਕੀਤਾ। ਕਈ ਵਾਰ ਹੋ ਚੱਕ 2-3 ਰੇਲਵੇ ਲਾਈਨ ਦੇ ਨਾਲ ਇਹ ਹੋਇਆ ਆ। ਤੇ ਆਪਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਕਿ ਬੇਸ਼ੱਕ ਉਹਦੇ ਵਿੱਚ ਵੀ ਇੱਦਾਂ ਚਾਲ ਜੀ ਆਪਾਂ ਕਹਿੰਦੇ ਹਾਂ ਵੀ ਉਹ ਜਦੋਂ ਨਹੀਂ ਕੁਝ ਹੁੰਦਾ, ਸਰਕਾਰੀ ਸਾਡੀ ਜਿਹੜੀ ਮੈਂਟੈਲਿਟੀ ਖਾਸ ਕਰ ਇੰਡੀਆ ਦੇ ਵਿੱਚ ਇਹ ਬਣ ਚੁੱਕੀ ਆ ਵੀ ਸਰਕਾਰੀ, ਅਸੀਂ ਸਰਕਾਰੀ ਬਾਬੂ ਆ, ਜਦੋਂ ਮਰਜ਼ੀ ਕੰਮ ਤੇ ਜਾਈਏ ਕਦੇ ਨਾ ਜਾਈਏ। ਸਾਡੀ ਇਹ ਮੈਂਟੈਲਿਟੀ ਆ ਜਿੱਥੋਂ ਸਾਡਾ ਕੰਮ ਖਰਾਬ ਹੁੰਦਾ। ਜੇ ਸਾਨੂੰ ਆਪਣੇ ਹੱਕਾਂ ਦੇ ਨਾਲ, ਸਾਨੂੰ ਆਪਣੇ ਡਿਊਟੀਆਂ ਦਾ, ਸਾਡੇ ਕਰਤੱਵਾਂ ਦਾ ਵੀ ਪਤਾ ਲੱਗ ਜਾਵੇ ਤਾਂ ਮਨੁੱਖ ਇਸ ਤਰ੍ਹਾਂ ਤੰਗ ਨਹੀਂ ਹੁੰਦਾ ਜਿੰਨਾ ਤੰਗ ਹੁਣ ਇਸ ਟਾਈਮ ਅੱਜ ਦਾ ਸਮਾਜ, ਖਾਸ ਕਰਕੇ ਸਾਡਾ ਭਾਰਤੀ ਸਮਾਜ ਤੰਗ ਆ। ਉੱਥੇ ਸਾਹ ਲੈਣ ਨੂੰ ਵੀ ਔਖਾ ਹੋਇਆ ਜੀ। ਪਿਆਰੇ ਦਰਸ਼ਕੋ, ਸਾਡੇ ਕੋਲ ਬਸ ਟਾਈਮ ਕਾਫੀ ਘੱਟ ਰਹਿ ਗਿਆ। ਇੱਕ ਗੱਲ ਹੋਰ ਕਰਕੇ ਉਸ ਤੋਂ ਬਾਅਦ ਅਸੀਂ ਤੁਹਾਡੇ ਤੋਂ ਰਜਾ ਲਵਾਂਗੇ। ਮੈਂ ਇੱਕ ਹੋਰ ਜਿਹੜੀ ਧਿਆਨ ਨਾਲ ਦੇਖਣ ਵਾਲੀ ਗੱਲ ਹੈ ਕਿ ਜਿਹੜੀ ਪ੍ਰਾਈਵੇਟ, ਹਾਲਾਂਕਿ ਮੈਂ ਇਸ ਹੱਕ ਦੇ ਵਿੱਚ ਨਹੀਂ ਆ ਜੋ ਵੀ ਇਹਨਾਂ ਨੇ ਕਿਹਾ, ਮੈਂ ਉਹਨਾਂ ਦੇ ਉਸੇ ਗੱਲ ਨੂੰ ਚਾਹੁੰਦਾ, ਲੇਕਿਨ ਜਿਹੜੀਆਂ ਜ਼ਿਆਦਾਤਰ ਤਰੱਕੀਆਂ ਹੋਈਆਂ ਆ ਉਹ ਸਰਕਾਰੀ ਜਿੰਨੀਆਂ ਵੀ ਜੋਬਾਂ ਰਹੀਆਂ ਉਹ ਨਾ ਕਦੀ ਜਾਂਦੇ ਆ। ਹੁਣ ਮੈਂ ਇੱਕ ਦਿਨ ਆਪਣੇ ਦੋਸਤ ਨਾਲ ਗੱਲ ਕਰਦਾ, ਅਸੀਂ ਇੱਥੇ ਆਏ ਯੂਕੇ ਦੇ ਵਿੱਚ, ਕਿੰਨੇ ਦੇਸ਼ 47 'ਚ ਆਜ਼ਾਦ ਹੋਏ ਸੀ ਦੇਸ਼। ਹਾਂਜੀ, 47 ਤੋਂ ਹੁਣ ਕਿੰਨੇ ਸਾਲ ਬਣੇ ਆ, ਮਗਰ ਹੀ ਆ ਗਏ 74 ਸਾਲ ਹੋ ਗਏ, ਮਗਰ ਹੀ ਅਸੀਂ ਆ ਗਏ ਆ। ਤੁਹਾਨੂੰ 45 ਸਾਲ ਹੋ ਗਏ ਆਇਆ ਨੂੰ। ਅਸੀਂ ਕੱਲ੍ਹ ਹੀ ਗੱਲ ਕਰਦੇ ਸੀ ਵੀ ਦੇਸ਼ ਦਾ ਨਹੀਂ ਸੁਧਰਨਾ ਕੁਛ ਵੀ, ਚੁੱਪ ਕਰਕੇ ਗੋਰਿਆਂ ਨੂੰ ਦੇ ਦੇਣਾ, ਯਾਨੀ ਪ੍ਰਾਈਵੇਟ ਹੋ ਗਿਆ ਨਾ ਫਿਰ। ਹਜੇ ਵੀ ਜੀ ਜੈ ਗੁਰਦੇਵ ਜੈ ਭੀਮ ਜੀ, ਜੈ ਗੁਰਦੇਵ ਜੈ ਭੀਮ ਜੀ। ਹੈਲੋ ਹਾਂਜੀ, ਤੁਸੀਂ ਆਉਣੇ ਰਾਜੀ। ਮੈਂ ਕਿਹਾ ਬਿਜਲੀ ਦੀਆਂ ਗੱਲਾਂ ਕਰਦੇ ਇੰਡੀਆ ਦੀਆਂ ਜੀ। ਮੇਰੇ 2 ਮਹੀਨੇ ਹੋ ਗਏ ਆ ਇੰਡੀਆ 'ਚ ਬਿਜਲੀ ਖਰਾਬ ਹੋਈ ਨੂੰ, ਬੰਦ ਹੋਈ ਨੂੰ। ਠੀਕ ਹੈ। ਕਿੱਥੇ ਇੰਗਲੈਂਡ 'ਚ, ਇੰਡੀਆ 'ਚ? ਕਹਿੰਦੇ ਆਦਮੀ ਸਾਡੇ ਕੋਲ ਹੈ ਨਹੀਂ, ਹੋ ਸਟਾਫ ਹੈ ਨਹੀਂ ਹੋ ਜੀ। ਤੇ 12,000 ਮੈਂ ਹਰ ਵੇਲੇ ਜਮ੍ਹਾਂ ਕਰਾ ਕੇ ਆਉਂਦਾ ਆ। ਅੱਛਾ ਜੀ। ਤੁਸੀਂ ਰਹਿੰਦਾ ਉੱਥੇ ਕੋਈ? ਜਾਂਦਾ ਆ। ਘਰ 'ਚ ਰਹਿ ਰਿਹਾ ਕੋਈ? ਹਾਂਜੀ, ਘਰ 'ਚ ਰਹਿ ਰਿਹਾ ਕੋਈ? ਘਰ 'ਚ ਰਹਿੰਦੇ ਇੱਕ ਆਦਮੀ ਨੂੰ ਮੈਂ ਛੱਡਿਆ ਆ ਉੱਥੇ ਦੇਖਣ ਨੂੰ, ਭਾਲਣ ਨੂੰ। ਬਸ ਇੱਥੇ ਹੀ ਗੜਬੜ ਹੈ, ਇੱਥੇ ਹੀ ਗੜਬੜ ਹੈ। ਹਾਂ, ਇੱਥੇ ਹੀ ਗੜਬੜਾ ਸਰ ਜੀ। ਜਦੋਂ ਅਸੀਂ ਆਪ ਰਹਿੰਦੇ ਹਾਂ 2 ਮਹੀਨੇ ਕਦੀ ਨਹੀਂ ਹੋ ਸਕਦਾ ਬਿਜਲੀ ਦੀ ਸਾਨੂੰ ਲੋੜ ਹੋਵੇ। ਅਜੇ ਤਾਂ 2 ਮਿੰਟ ਨਹੀਂ ਹੁੰਦੇ, ਜਦੋਂ ਸਾਡੇ ਬੰਦ ਹੁੰਦੇ ਤਾਂ ਐਸਡੀਓ ਘੇਰ ਲੈਂਦੇ ਹੁੰਦੇ ਜਾ ਕੇ। ਸੋ ਮੈਂ ਕਿਹਾ ਜੀ ਉੱਥੇ ਉਹ ਹਰਦਮ ਜਾਂਦੇ, ਉਹਨਾਂ ਨੂੰ ਦੇਖੋ ਕਿ ਮੋਰੇ ਹੋ ਗਏ, ਸਾਡੇ ਕੋਲ ਆਦਮੀ ਹੈ ਨਹੀਂ, ਸਟਾਫ ਹੈ ਨਹੀਂ ਉਹ। ਜੀ ਜੀ। ਹੁਣ ਮੈਂ ਜਾ ਕੇ ਕਿ ਮੈਂ ਤਾਂ ਉਹਦੇ ਨਾਲ ਰਹਿਣਾ, ਜਿੰਨਾ ਕਿ 4-5 ਵੀਕਾਂ ਰਹਿਣਾ ਉੱਥੇ ਜਾ ਕੇ ਜੀ। ਉਦੋਂ ਆ ਜਾਣੀ, ਦੇਖ ਲਿਓ, ਉਦੋਂ ਆਊਗੀ ਪੱਕੀ। ਅਸੀਂ ਕਿਸੇ ਨੂੰ ਦੇ ਕੇ ਆਏ ਸੀ ਘਰ, ਇੱਦਾਂ ਸਾਡੇ ਰਿਸ਼ਤੇਦਾਰ ਸੀ, ਤੇ ਅਸੀਂ ਉਹਨੂੰ ਚਾਬੀ ਫੜਾਈ ਵੀ ਘਰ ਦਾ ਖਿਆਲ ਰੱਖੋ। ਕਹਿੰਦੇ ਵੀ ਤੁਸੀਂ ਹਜੇ ਆਉਣਾ ਤਾਂ ਹੈ ਨਹੀਂ, ਕਈ ਮਹੀਨੇ ਕਈ ਸਾਲ, ਵੀ ਆਹ ਬਲਬ ਅਸੀਂ ਲਾ ਲਈਏ, ਆਪਣੇ ਘਰ ਲਾ ਲਈਏ। ਸੋ ਜਿੰਨੀ ਦੇਰ ਭਾਜੀ ਅਸੀਂ ਆਪ ਨਹੀਂ ਨਾ ਰਹਿੰਦੇ। ਥੈਂਕ ਯੂ, ਤੁਹਾਡੀ ਗੱਲ ਸਮਝ ਗਏ। ਸਾਡੇ ਕੋਲ ਟਾਈਮ ਮੁੱਕ ਚੱਲਿਆ ਭਾਜੀ, ਤੁਹਾਡੀ ਗੱਲ ਸਮਝ ਗਏ ਅਸੀਂ। ਛੋਟੀ ਜਿਹੀ ਨਾ ਨਹੀਂ, ਆਪਾਂ ਕੋਈ ਹੈ ਹੀ ਨਹੀਂ ਟਾਈਮ, ਨਹੀਂ ਸਿਰਫ ਕਰਨਾ ਕੁਛ। ਹਾਂ, ਮੈਂ ਇਹ ਕਹਿਣਾ ਸੀਗਾ ਕਿ ਪਰਸੋਂ 27 ਜਿਹੜੇ ਸ਼ਰਨਾਰਥੀ ਆ ਉਹ ਫਰਾਂਸ ਤੋਂ ਇੰਗਲੈਂਡ ਨੂੰ ਆਉਂਦੇ ਹੋਏ, ਜਿਹੜਾ ਬ੍ਰਿਟਿਸ਼ ਚੈਨਲ ਉਹ 'ਚ ਡੁੱਬ ਕੇ ਉਹਨਾਂ ਦੇ ਹੁਕਮ, ਤੇ ਅਸੀਂ ਕਾਂਸੀ ਟੀਵੀ ਤੇ ਕਾਂਸੀ ਟੀਵੀ ਸਟਾਫ ਅਸੀਂ ਸਾਰੇ ਉਸ ਦੇ ਅਫਸੋਸ ਦੇ ਵਿੱਚ ਅਸੀਂ ਸ਼ਾਮਲ ਹੁੰਦੇ ਹਾਂ ਜੀ। ਕੁਲਵੰਤ ਜੀ, ਤੁਹਾਡੇ ਕੋਲ 1 ਮਿੰਟ ਆ। 1 ਮਿੰਟ ਦੇ ਵਿੱਚ ਦੱਸਣਾ ਕਿ ਪਹਿਲਾਂ ਦਲਿਤ ਉਪ ਮੁੱਖ ਮੰਤਰੀ ਦੀਆਂ ਗੱਲਾਂ ਆ ਰਹੀਆਂ ਸੀ। ਹਾਂਜੀ, ਅਕਾਲੀ ਵੀ ਤੇ ਪਲੱਸ ਆਮ ਆਦਮੀ ਪਾਰਟੀ ਵੀ। ਕਾਂਗਰਸ ਪਾਰਟੀ ਇਹ ਰਹਿ ਗਈ, ਬੀਐਸਪੀ ਨੂੰ ਉਹਨਾਂ ਨੇ ਨਾਲ ਲੈ ਲਿਆ, ਉਹਨਾਂ 'ਚ ਉਹਨਾਂ ਨੇ ਉਪ ਮੁੱਖ ਮੰਤਰੀ ਬਣਾ ਦੇਣਾ ਸੀ, ਤੇ ਜਿਹੜਾ ਆਮ ਆਦਮੀ ਪਾਰਟੀ ਦਾ ਜੇ ਉਹ ਆ ਜਾਂਦੇ ਉਹ ਵੀ ਬਣਾ ਦਿੰਦੇ। ਪਰ ਕਾਂਗਰਸ ਨੇ ਪਹਿਲਗਿਰੀ ਕਰਕੇ ਪਹਿਲੇ ਦਲਿਤ ਬਣਾ ਕੇ ਤਾਂ ਉਹ ਵਿਸ਼ਾ ਹੀ ਖਤਮ ਕਰ ਦਿੱਤਾ। ਕੀ ਵਿਚਾਰ ਨੇ ਤੁਹਾਡੇ ਕੋਲ 1 ਅੱਧੇ ਮਿੰਟ ਦੇ ਵਿੱਚ? ਦੇਖੋ ਜੀ,
ਆਪੋ ਆਪਣੀ ਪਾਰੀ ਮੈਂ ਕਲੀਅਰ ਹੀ ਉਹ ਸਬਜੈਕਟ ਨਹੀਂ ਆ ਰਿਹਾ, ਬਾਰ-ਬਾਰ ਉਹ ਗੱਲ ਹੀ ਆ ਰਹੀ। ਸ਼ਾਰਟਕਟ ਮਾਰਦਾ ਵੀ ਜਣੀ ਗੱਲ ਇਹ ਸੀਗੀ, ਦੇਖੋ ਪਾਰੀ ਸਾਰੀਆਂ ਟੀਮਾਂ ਨੇ ਜਿੱਦਾਂ ਆਪੋ ਆਪਣੀ ਖੇਡਣੀ ਸੀਗੀ। ਉਹ T20 ਦਾ ਮੈਚ ਸੀਗਾ ਤਾਂ ਆਉਂਦੇ ਛਿੱਕਾ ਚੌਕਾ ਵੱਜ ਗਿਆ ਆ। ਹੁਣ ਤਾਂ ਉਹ ਜਣੀ ਹੁਣ ਉਹਦੀ ਗੱਲ ਕਿੱਥੋਂ ਰਵੇ। ਦੇਖੋ ਦਲਿਤ ਜਿਹੜੀ ਚੀਫ ਮਿਨਿਸਟਰ ਦੀ ਗੱਲ ਸੀਗੀ, ਇਸੇ ਤਰ੍ਹਾਂ ਅਕਾਲੀ ਪਾਰਟੀ ਕਰਦੀ ਸੀ, ਆਪਣੇ ਆਮ ਆਦਮੀ ਪਾਰਟੀ ਵੀ ਕਰਦੀ ਸੀ, ਪਰ ਜਿਹੜਾ ਛਿੱਕਾ ਕਾਂਗਰਸ ਨੇ ਮਾਰ ਦਿੱਤਾ। ਹੁਣ ਛਿੱਕੇ ਤੋਂ ਬਾਅਦ ਤਾਂ ਦੇਖੋ ਅੱਠਾ ਤਾਂ ਵੱਜਣਾ ਨਹੀਂ ਹੈਗਾ, ਇੱਦਾਂ ਦਾ ਤਾਂ ਹੁੰਦਾ ਨਹੀਂ। ਹੈਲੀਕਾਪਟਰ ਸੋ ਉਹਨਾਂ ਨੇ ਮਾਰ ਦਿੱਤਾ। ਸੋ ਵਧਾਈ ਦੇ ਪਾਤਰ ਆ ਵੀ ਦੇਖੋ ਹੁਣ ਕਿਸੇ ਨਾ ਕਿਸੇ ਨੂੰ ਤਾਂ ਬਣਾਉਣਾ ਹੀ ਸੀਗਾ ਤੇ ਉਹ ਡਿਜ਼ਰਵ ਕਰਦੇ ਸੀ, ਉਹ ਬਣੇ ਆ ਤਾਂ ਉਹ ਠੀਕ ਆ। ਬਹੁਤ ਮਿਹਰਬਾਨੀ ਪਿਆਰੇ ਦਰਸ਼ਕੋ, ਅੱਜ ਦਾ ਜਿਹੜਾ ਪ੍ਰੋਗਰਾਮ ਆ ਤੁਹਾਨੂੰ ਕਿਵੇਂ ਲੱਗਿਆ? ਤੁਸੀਂ ਆਪਣੇ ਹਾਵ ਭਾਵ ਜਿਹੜੇ ਆ ਉਹ ਕਾਂਸ਼ੀ ਟੀਵੀ ਨੂੰ ਦੱਸਦੇ ਰਿਹਾ ਕਰੋ ਤਾਂ ਕਿ ਸਾਡੀ ਵੀ ਥੋੜ੍ਹੀ ਤਰੱਕੀ ਹੁੰਦੀ ਰਹੇ। ਕੁਲਵੰਤ ਜੀ ਤੁਹਾਡੀ ਬਹੁਤ ਮਿਹਰਬਾਨੀ, ਤੁਸੀਂ ਆਏ। ਅੱਜ ਦਾ ਪ੍ਰੋਗਰਾਮ ਤਕਰੀਬਨ ਅੱਜ ਇਹੀ ਕੋਸ਼ਿਸ਼ ਕੀਤੀ ਆ ਕਿ ਪਿਛਲੀ ਵਾਰ ਨਾਲੋਂ ਇਸ ਵਾਰੀ ਜ਼ਿਆਦਾ ਟਾਈਮ ਆਏ ਮਹਿਮਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਜਿਹੜੇ ਕਾਲਾਂ ਹੁੰਦੀਆਂ ਉਹ ਵੀ ਜਿੰਨ ਜਾਨ ਹੁੰਦੇ ਨੇ ਪ੍ਰੋਗਰਾਮ ਦੀ, ਇਸ ਕਰਕੇ ਕਾਲਾਂ ਲੈਣੀਆਂ ਵੀ ਜ਼ਰੂਰੀ ਆ। ਤੁਹਾਡੀਆਂ 2-4 ਕਾਲਾਂ ਸਾਡੇ ਲਈ ਬਹੁਤ ਮਹੱਤਵ ਰੱਖਦੀਆਂ ਨੇ, ਸੋ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਇਹ ਪ੍ਰੋਗਰਾਮ ਇਸ ਦੇ ਨਾਲ ਹੀ ਭਗਵਾਨ ਜੀ ਤੁਹਾਡੀ ਜਿਹੜੀ ਪਿਛਲੀ ਵਾਰ ਵਾਲੀ ਵੀ ਰਹਿ ਗਈ ਕੱਲ੍ਹ, ਤਾਂ ਉਹ ਫਿਰ ਅਗਲੀ ਵਾਰ ਜਿਹੜੀ ਪੂਰੀ ਕੀਤੀ ਜਾਏ। ਇਸ ਦੇ ਨਾਲ ਅੱਜ ਦਾ ਪ੍ਰੋਗਰਾਮ ਸਮਾਪਤ ਹੁੰਦਾ। ਜੈ ਗੁਰਦੇਵ, ਜੈ ਭੀਮ, ਜੈ ਗੁਰੂ। ਸਾਰਿਆਂ ਦਾ ਧੰਨਵਾਦ ਜੀ।